ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਸ਼ਾਂਤੀ ਮਿਲੇ। खुदावन ਤੁਹਾਨੂੰ ਸਾਰਿਆਂ ਨੂੰ अपनी अपनी जगह ਤੇ सही सलामत रखे। हालेलुया। ਅੱਜ ਦੀ ਆਰਾਧਨਾ ਦੇ ਦੁਆਰਾ ਤੁਸੀਂ ਸਾਰਿਆਂ ਨੇ ਬੜੀ ਬਰਕਤ ਪਾਈ ਹੋਵੇਗੀ। ਆਓ ਹੁਣ ਅਸੀਂ ਪਰਮੇਸ਼ਰ ਦੀ ਬਾਣੀ ਵੱਲ ਚਲੀਏ। ਅੱਜ ਦਾ ਜਿਹੜਾ ਸਾਡਾ ਵਿਸ਼ੇ ਹੈ ਕਿ ਬਿਮਾਰੀਆਂ ਜਿਹੜੀਆਂ ਕਿਉਂ ਆਉਂਦੀਆਂ ਨੇ ਤੇ ਉਹਨਾਂ ਤੋਂ ਕਿੱਦਾਂ ਚੰਗਾਈ ਪਾਈ ਜਾ ਸਕਦੀ ਹੈ, ਕਿੱਦਾਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਦਾ ਸਾਡਾ ਵਿਸ਼ੇ ਹੈ। ਇਸ ਤੋਂ ਪਹਿਲਾਂ ਅਸੀਂ ਛੋਟੀ ਜਿਹੀ ਪ੍ਰਾਰਥਨਾ ਵੀ ਜਾਵਾਂਗੇ। ਸਾਰੇ ਜਣੇ ਆਪਣੀਆਂ ਅੱਖਾਂ ਨੂੰ ਬੰਦ ਕਰ ਲੈਣਗੇ। ਭੈਣਾਂ ਦੇ ਸਿਰ ਢੱਕੇ ਹੋਣੇ ਚਾਹੀਦੇ ਨੇ। ਖੁਦਾਵੰਦ ਹੁਣ ਤੱਕ ਤੁਸੀਂ ਆਰਾਧਨਾ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਚਲਾਇਆ, ਤੁਹਾਡਾ ਸ਼ੁਕਰ ਕਰਦੇ ਹਾਂ। ਆਪਣੇ ਸਵਰਗੀ ਰਾਜ ਦੇ ਵਿੱਚ ਉਸ ਆਰਾਧਨਾ ਨੂੰ ਕਬੂਲ ਕਰ ਲਓ। ਆ ਪਿਤਾ ਪਰਮੇਸ਼ਰ, ਤੁਸੀਂ ਆਪਣੇ ਦਾਸ ਦਾਸੀ ਨੂੰ ਆਪਣੇ ਆਤਮਾ ਦੇ ਦੁਆਰਾ ਮਸਾ ਕਰਦੇ ਹੋ ਤੇ ਆਪਣੀ ਸਵਰਗੀ ਵਚਨ ਸਵਰਗੀ ਬਾਣੀ ਦੇ ਕੇ ਆਪਣੇ ਬੱਚਿਆਂ ਨੂੰ ਬਹੁਤ ਆਇਤ ਨਾਲ ਇਸਤੇਮਾਲ ਕਰੋ ਤਾਂ ਕਿ ਤੁਹਾਡੀ ਸਵਰਗੀ ਬਾਣੀ ਪਰਮੇਸ਼ਰ ਤੁਹਾਡੇ ਬੱਚਿਆਂ ਨਾਲ ਗੱਲਬਾਤ ਕਰੇ, ਤੁਹਾਡੇ ਲੋਕਾਂ ਨੂੰ ਛੂਏ ਤੇ ਉਹਨਾਂ ਨੂੰ ਚੰਗਾ ਕਰੇ, ਆਸ਼ੀਸ਼ ਦੇਵੇ। ਸਾਰੇ ਨੈਟਵਰਕ ਸਿਸਟਮ ਨੂੰ ਤੁਹਾਡੇ ਸਾਮਰਥੀ ਹੱਥਾਂ ਵਿੱਚ ਦਿੰਦੇ ਹਾਂ। ਆਪਣੇ ਲਹੂ ਦੇ ਬਾੜੇ ਵਿੱਚ ਸੰਭਾਲ ਕੇ ਰੱਖਣਾ। ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਪ੍ਰਾਰਥਨਾ ਤੁਸੀਂ ਸੁਣ ਲਿਆ। ਪ੍ਰਭੂ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਆਓ ਅਸੀਂ ਅੱਜ ਦੇ ਵਚਨ ਵੱਲ ਵਧਾਂਗੇ। ਅੱਜ ਦਾ ਸਾਡਾ ਵਚਨ ਦਾ ਵਿਸ਼ਾ ਹੈ ਕਿ ਬਿਮਾਰੀਆਂ ਜਿਹੜੀਆਂ ਕਿਉਂ ਆਉਂਦੀਆਂ ਨੇ। ਅੱਜ ਸਾਰਾ ਸੰਸਾਰ ਜਿਹੜਾ ਬਿਮਾਰੀਆਂ ਦੇ ਨਾਲ ਭਰਿਆ ਹੋਇਆ ਹੈ। ਸਾਰੀ ਜਗ੍ਹਾ ਤੇ ਦੇਖ ਲਓ, ਹਸਪੀਟਲ ਦੇਖ ਲਓ, ਸਾਰੀ ਜਗ੍ਹਾ ਬਿਮਾਰੀਆਂ ਦੇ ਨਾਲ ਭਰੀਆਂ ਹੋਈਆਂ। ਹਸਪੀਟਲ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ, ਸਾਰੀ ਜਗ੍ਹਾ ਤੇ ਲਾਈਨਾਂ ਲੱਗੀਆਂ ਹੋਈਆਂ ਨੇ। ਘਰ ਘਰ ਦੇ ਵਿੱਚ ਬਿਮਾਰੀਆਂ ਨੇ। ਇੱਕ ਬਿਮਾਰੀ ਜਾਂਦੀ ਹੈ ਤੇ ਦੂਸਰੀ ਆ ਜਾਂਦੀ ਹੈ। ਜਿਵੇਂ ਕਿ ਬਿਮਾਰੀਆਂ ਨੇ ਨੰਬਰ ਬਣ ਰੱਖਿਆ ਹੈ। ਬਿਮਾਰੀਆਂ ਤੇ ਲੋਕਾਂ ਦਾ ਕਿੰਨਾ ਖਰਚਾ ਹੋ ਰਿਹਾ ਹੈ। ਕਿੰਨੇ ਲੋਕਾਂ ਦਾ ਮਿਹਨਤ ਦਾ ਜਿਹੜਾ ਪੈਸਾ ਹੈ ਉਹ ਬਿਮਾਰੀਆਂ ਉੱਤੇ ਖਰਚ ਹੋ ਰਿਹਾ ਹੈ। ਅੱਜ ਏਦਾਂ ਦਾ ਕੋਈ ਵੀ ਪਰਿਵਾਰ ਨਹੀਂ ਕਿ ਜਿਹੜਾ ਬਿਮਾਰੀ ਤੋਂ ਬਚਿਆ ਹੋਵੇ। ਕਿੰਨੇ ਲੋਕ ਬਿਮਾਰੀ ਦੇ ਚੱਕਰ ਵਿੱਚ ਇੱਧਰ ਉੱਧਰ ਭਟਕ ਰਹੇ ਨੇ। ਉਹ ਕਦੇ ਇਸ ਹਸਪੀਟਲ ਤੇ ਕਦੇ ਉਸ ਹਸਪੀਟਲ ਵਿੱਚ। ਤੇ ਕਿੰਨੀ ਬਿਮਾਰੀਆਂ ਦਾ ਡਾਕਟਰ ਤੇ ਇਲਾਜ ਹੀ ਨਹੀਂ। ਡਾਕਟਰ ਇਲਾਜ ਕਰ ਕਰਕੇ ਥੱਕ ਜਾਂਦੇ ਨੇ। ਉਹ ਵੀ ਆਪਣੇ ਹੱਥ ਚੱਕ ਲੈਂਦੇ ਨੇ ਕਿ ਹੁਣ ਉੱਪਰ ਵਾਲਾ ਹੀ ਜਾਣੇ। ਅੱਜ ਬਿਮਾਰੀ ਦਾ ਇਲਾਜ ਕਰਾ ਕੇ ਲੋਕ ਥੱਕ ਗਏ ਨੇ। ਕਿੰਨਾ ਇਲਾਜ ਵੀ ਅੱਜ ਹਸਪਤਾਲਾਂ ਵਿੱਚ ਮਹਿੰਗਾ ਹੋ ਗਿਆ। ਬਿਮਾਰੀ ਆਉਣਾ ਤੇ ਇੱਕ ਕਿਸਮ ਦਾ ਸ਼ਰਾਪ ਜਿਹਾ ਬਣ ਗਿਆ। ਤੇ ਖਾਸ ਕਰ ਗਰੀਬ ਲੋਕਾਂ ਲਈ, ਜਿਹੜੇ ਕਿ ਜਿਨ੍ਹਾਂ ਦੀ ਘੱਟ ਕਮਾਈ ਹੈ, ਗਰੀਬ ਲੋਕਾਂ ਦੇ ਲਈ ਤੇ ਬੜਾ ਮੁਸ਼ਕਿਲ ਕੰਮ ਹੋ ਗਿਆ। ਯਾਨੀ ਕਿ ਆਮ ਲੋਕਾਂ ਲਈ ਬਿਮਾਰੀ ਦਾ ਇਲਾਜ ਕਰਾਉਣਾ ਤਾਂ ਉਹਨਾਂ ਦੀ ਬਸ ਦੀ ਗੱਲ ਨਹੀਂ ਰਹੀ। ਤੇ ਜਿਵੇਂ ਕਰੋਨਾ ਦੀ ਬਿਮਾਰੀ ਵੀ ਲਗਭਗ ਪਿਛਲੇ 4-5-6 ਮਹੀਨਿਆਂ ਤੋਂ ਫੈਲ ਰਹੀ ਹੈ। ਸੋ ਇਸ ਕਰੋਨਾ ਬਿਮਾਰੀ ਨੇ, ਕਰੋਨਾ ਵਾਇਰਸ ਨੇ ਵਿਗਿਆਨਿਕਾਂ ਦੇ, ਡਾਕਟਰ ਦੇ, ਮੰਤਰੀਆਂ ਦੇ, ਲੀਡਰ ਦੇ ਸਾਰੇ ਦੇ ਹੱਥ ਖੜੇ ਕਰਵਾ ਦਿੱਤੇ। ਸਾਰੇ ਕਹਿੰਦੇ ਕਿ ਇਸ ਦਾ ਤਾਂ ਕੋਈ ਇਲਾਜ ਹੀ ਨਹੀਂ। ਸਾਰੀ ਦੁਨੀਆ ਦੇ ਡਾਕਟਰ ਵਿਗਿਆਨਿਕ ਇਸ ਕਰੋਨਾ ਵਾਇਰਸ ਦੀ ਬਿਮਾਰੀ ਦੇ ਇਲਾਜ ਵਿੱਚ ਜੁਟੇ ਹੋਏ ਕਿ ਪਰ ਕੋਈ ਵੀ ਇਸ ਦਾ ਇਲਾਜ ਨਹੀਂ ਲੱਭ ਪਾਇਆ। ਏਦਾਂ ਕਿਉਂ? ਜਰਾ ਸੋਚ ਕੇ ਦੇਖੋ। ਕਿ ਉਹ ਸ੍ਰਿਸ਼ਟੀਕਰਤਾ ਪਰਮੇਸ਼ਰ ਨੂੰ, ਜਿਸ ਨੇ ਸਾਰੇ ਸੰਸਾਰ ਨੂੰ ਬਣਾਇਆ ਰਚਿਆ, ਉਸ ਨੂੰ ਇਸ ਧਰਤੀ ਤੇ ਸੰਸਾਰ ਵਿੱਚ ਬਿਮਾਰੀਆਂ ਭੇਜ ਕੇ ਚੰਗਾ ਲੱਗਦਾ ਹੈ ਕਿ
ਕੀ ਉਸ ਨੂੰ ਚੰਗਾ ਲੱਗਦਾ ਕਿ ਉਸ ਦਾ ਬਣਾਇਆ ਗਿਆ ਇਨਸਾਨ ਇਸ ਬਿਮਾਰੀਆਂ ਵਿੱਚ ਵੱਜਿਆ ਰਹੇ? ਬਿਲਕੁਲ ਚੰਗਾ ਨਹੀਂ ਲੱਗਦਾ। ਤੁਸੀਂ ਆਪ ਹੀ ਦੇਖੋ, ਜਿਹੜੇ ਮਾਤਾ ਪਿਤਾ ਹੁੰਦੇ ਨੇ, ਕੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਬਿਮਾਰੀ ਦੇ ਬਿਸਤਰ ਤੇ ਪਏ ਦੇਖ ਕੇ ਖੁਸ਼ੀ ਹੁੰਦੀ ਹੈ, ਚੰਗਾ ਲੱਗਦਾ ਹੈ? ਜਾਂ ਉਹਨਾਂ ਦੇ ਬੱਚੇ ਬਿਮਾਰੀ ਦੇ ਕਾਰਨ ਹਸਪਤਾਲਾਂ 'ਚ ਪਏ ਰਹਿਣ? ਕੀ ਕੋਈ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਤੰਗੀ ਤਕਲੀਫ ਵਿੱਚ ਬਿਮਾਰੀ 'ਚ ਪਏ ਚੰਗਾ ਲੱਗਦਾ ਹੈ? ਬਿਲਕੁਲ ਚੰਗਾ ਨਹੀਂ ਲੱਗਦਾ। ਮਾਂ-ਬਾਪ ਨੂੰ ਆਪਣੇ ਬੱਚਿਆਂ ਨਾਲ ਬੜਾ ਪ੍ਰੇਮ ਹੁੰਦਾ ਹੈ ਤੇ ਮਾਤਾ ਪਿਤਾ ਦਾ ਦਿਲ ਟੁੱਟ ਜਾਂਦਾ ਜਦੋਂ ਉਹਨਾਂ ਦਾ ਬੱਚਾ ਬਿਮਾਰ ਪੈ ਜਾਂਦਾ ਹੈ। ਤੇ ਤੁਸੀਂ ਆਪ ਹੀ ਸੋਚੋ, ਆਪ ਹੀ ਦੇਖੋ ਕਿ ਉਹ ਸਵਰਗੀ ਪਿਤਾ ਜਿਸ ਨੇ ਸਾਰੇ ਸੰਸਾਰ ਨੂੰ ਆਪਣੇ ਬੱਚਿਆਂ ਨੂੰ ਬਣਾਇਆ, ਉਸ ਨੂੰ ਆਪਣੇ ਬੱਚਿਆਂ ਨੂੰ ਬਿਮਾਰੀ ਦੇ ਬਿਸਤਰ ਤੇ ਪਏ ਦੇਖ ਕੇ ਚੰਗਾ ਲੱਗਦਾ ਹੈ, ਖੁਸ਼ੀ ਮਿਲਦੀ ਹੈ। ਕਿ ਉਸ ਨੂੰ ਆਪਣੇ ਬਣਾਏ ਗਏ ਬੱਚਿਆਂ ਲਈ, ਆਪਣੇ ਬੱਚਿਆਂ ਲਈ ਜਿਹੜੇ ਹਸਪਤਾਲ ਵਿੱਚ ਲਾਈਨਾਂ ਵਿੱਚ ਖੜੇ ਨੇ, ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਚੰਗਾ ਲੱਗਦਾ ਹੈ? ਬਿਲਕੁਲ ਵੀ ਖੁਸ਼ੀ ਨਹੀਂ ਮਿਲਦੀ। ਜਿੰਦਾ ਪਰਮੇਸ਼ਰ ਬਿਲਕੁਲ ਨਹੀਂ ਚਾਹੁੰਦਾ ਕਿ ਉਹਦੇ ਬੱਚੇ ਹਸਪਤਾਲਾਂ ਵਿੱਚ ਰਹਿਣ, ਬਿਮਾਰ ਰਹਿਣ ਜਾਂ ਤਕਲੀਫਾਂ 'ਚ ਪਏ ਰਹਿਣ। ਜਦ ਪਰਮੇਸ਼ਰ ਨੇ ਆਦਮ ਨੂੰ ਰਚਿਆ ਸੀ ਜ਼ਮੀਨ ਦੀ ਮਿੱਟੀ ਦੇ ਨਾਲ, ਤਦ ਪਰਮੇਸ਼ਰ ਦੀ ਏਦਾਂ ਦੀ ਕੋਈ ਵੀ ਪਲਾਨਿੰਗ ਨਹੀਂ ਸੀ ਕਿ ਇਨਸਾਨ ਜਿਹੜਾ ਉਹਦੇ ਦੁਆਰਾ ਬਣਾਇਆ ਗਿਆ ਹੈ ਉਹ ਬਿਮਾਰ ਰਹੇ, ਪਰੇਸ਼ਾਨੀ 'ਚ ਰਹੇ, ਦਿੱਕਤ 'ਚ ਰਹੇ, ਉਹ ਬਿਮਾਰ ਵਿੱਚ ਜੂਝਿਆ ਰਹੇ। ਪਰਮੇਸ਼ਰ ਇਹ ਚਾਹੁੰਦਾ ਸੀ ਕਿ ਉਹਦਾ ਬਣਾਇਆ ਗਿਆ ਇਨਸਾਨ ਜਿਹੜਾ ਫਲੇ ਫੁੱਲੇ ਤੇ ਤਰੱਕੀ ਕਰੇ। ਦੇਖੋ ਉਤਪत्ति 1 ਅਧਿਆਇ ਦੀ 27 ਆਇਤ ਵਿੱਚ ਬਾਈਬਲ ਕੀ ਦੱਸਦੀ ਹੈ? तब परमेश्वर ने मनुष्य को अपने स्वरूप के अनुसार उत्पन्न किया, अपने ही स्वरूप के अनुसार परमेश्वर ने उसको उत्पन्न किया, नर और नारी करके उसने मनुष्य की सृष्टि की। और परमेश्वर ने उनको आशीष दी और उनसे कहा, फूलो फलो और पृथ्वी में भर जाओ। देखो परमेश्वर ने जब इंसान ਨੂੰ ਰਚਿਆ, ਪਰਮੇਸ਼ਰ ਨੇ ਕੀ ਕਿਹਾ? ਫੁੱਲੋ ਤੇ ਫਲੋ ਤੇ ਪ੍ਰਿਥਵੀ ਤੇ ਭਰ ਜਾਓ। ਦੇਖੋ ਪਰਮੇਸ਼ਰ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਇਨਸਾਨ ਜਿਹੜਾ ਇਸ ਤਰੀਕੇ ਤਕਲੀਫਾਂ ਵਿੱਚ ਰਹੇ। ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ, ਉਹਨਾਂ ਨੂੰ ਬਾਗੇ ਅਦਨ ਵਿੱਚ ਰੱਖ ਦਿੱਤਾ। ਪਰ ਜਦੋਂ ਉਹਨਾਂ ਨੂੰ ਬਾਗੇ ਅਦਨ ਦੇ ਵਿੱਚ ਰੱਖਿਆ ਸੀ, ਉਹਨਾਂ ਨੂੰ ਕੁਝ ਆਗਿਆ ਦਿੱਤੀ ਸੀ, ਜੇਕਰ ਤੂੰ ਏਦਾਂ ਕਰੇਗਾ ਤੇ ਸਦਾ ਤੱਕ ਸੁਖੀ ਰਹੇਗਾ, ਜੇਕਰ ਤੂੰ ਏਦਾਂ ਨਹੀਂ ਕਰੇਗਾ ਤੂੰ ਮੇਰੇ ਤੋਂ ਅਲੱਗ ਹੋ ਜਾਵੇਂਗਾ। ਜਿਵੇਂ ਉਤਪत्ति 2 ਅਧਿਆਇ 15 ਆਇਤ ਤੋਂ ਲੈ ਕੇ 17 ਆਇਤ तक देखिए। तब यहोवा परमेश्वर ने आदम को लेकर अदन की वाटिका में रख दिया कि वह उसमें काम करे और उसकी रक्षा करे। और यहोवा परमेश्वर ने आदम को यह आज्ञा दी, तू वाटिका के सब वृक्षों का फल बिना खटके खा सकता है, पर भले या बुरे के ज्ञान का जो वृक्ष है उसका फल तू कभी ना खाना, क्योंकि जिस दिन तू उसका फल खाएगा उसी दिन अवश्य मर जाएगा। देखो परमेश्वर ने आदम ਨੂੰ ਕੀ ਕਿਹਾ ਸੀ? ਤੂੰ ਇਸ ਅਦਨ ਦੇ ਬਾਗ ਵਿੱਚ ਲੱਗੇ ਸਾਰੇ ਵ੍ਰਿਕਸ਼ਾਂ ਦੇ ਫਲਾਂ ਨੂੰ ਖਾ ਸਕਦਾ ਹੈ, ਪਰ ਇੱਕ ਵ੍ਰਿਕਸ਼ ਜਿਹੜਾ ਇੱਥੇ ਲੱਗਿਆ ਭਲੇ ਤੇ ਬੁਰੇ ਦੇ ਗਿਆਨ ਦਾ ਵ੍ਰਿਕਸ਼, ਇਸ ਨੂੰ ਤੂੰ ਕਦੇ ਨਾ ਖਾਣਾ। ਤੇ ਜਿਸ ਦਿਨ ਤੂੰ ਇਸ ਫਲ ਨੂੰ ਖਾਵੇਂਗਾ ਉਸੇ ਦਿਨ ਤੂੰ ਮਰ ਜਾਵੇਂਗਾ। ਯਾਨੀ ਪਰਮੇਸ਼ਰ ਦੇ ਕਹਿਣ ਦਾ ਮਤਲਬ ਕੀ ਸੀ? ਜੇ ਤੂੰ ਮੇਰੀ ਇਸ ਆਗਿਆ ਨੂੰ ਤੋੜ ਦੇਵੇਂਗਾ ਤੂੰ ਮੇਰੇ ਤੋਂ ਦੂਰ ਹੋ ਜਾਏਗਾ। ਪਰਮੇਸ਼ਰ ਨੇ ਆਦਮ ਨੂੰ ਏਦਾਂ ਦੀ ਆਗਿਆ ਦਿੱਤੀ ਸੀ, ਪਰ ਅੱਗੇ ਜਾ ਕੇ ਅਸੀਂ ਕੀ ਦੇਖਦੇ ਹਾਂ ਕਿ ਆਦਮ ਨੇ ਪਰਮੇਸ਼ਰ ਨੂੰ ਆਗਿਆ ਨੂੰ ਤੋੜ ਦਿੱਤਾ। ਸ਼ੈਤਾਨ ਦੀ ਬਹਿਕਾਈ ਦੇ ਵਿੱਚ ਆ ਕੇ ਉਸ ਫਲ ਨੂੰ ਤੋੜ ਕੇ ਖਾ ਲਿਆ ਜਿਸ ਨੂੰ ਪਰਮੇਸ਼ਰ ਨੇ ਖਾਣ ਤੋਂ ਮਨਾ ਕੀਤਾ ਸੀ। ਦੇਖੋ ਅੱਗੇ ਜਾ ਕੇ ਆਦਮ ਨੇ ਕੀ ਕੀਤਾ? ਪਰਮੇਸ਼ਰ ਦੀ ਉਸ ਆਗਿਆ ਨੂੰ ਭੁੱਲ ਗਿਆ ਤੇ ਸ਼ੈਤਾਨ ਦੀਆਂ ਗੱਲਾਂ ਵਿੱਚ ਆ ਗਿਆ। ਜੇਕਰ
उत्पत्ति 3 अध्याय ਦੀ 1 ਆਇਤ ਤੋਂ ਲੈ ਕੇ 19 ਆਇਤ ਤੱਕ ਅਸੀਂ ਦੇਖੀਏ। ਇਹਨੂੰ ਪੜਾਂਗੇ ਨਹੀਂ ਅਸੀਂ ਸਮਝ ਜ਼ਿਆਦਾ ਲੱਗੇਗਾ। शैतान ने आके हवा ਨੂੰ ਕਿੱਦਾਂ ਕਿੱਦਾਂ ਬਹਿਕਾਇਆ। हवा ने भी उस वृक्ष के फल ਨੂੰ ਤੋੜ ਕੇ ਖਾ ਲਿਆ ਤੇ ਆਦਮ ਨੂੰ ਵੀ ਖਿਲਾ ਦਿੱਤਾ। यानी कि दोनों ने फलों ਨੂੰ ਤੋੜ ਕੇ ਖਾ ਲਿਆ। दोनों ने परमेश्वर की आज्ञा ਨੂੰ ਤੋੜ ਦਿੱਤਾ। ਜਦੋਂ ਦੋਨਾਂ ਨੇ ਪਰਮੇਸ਼ਰ ਦੀ ਆਗਿਆ ਨੂੰ ਤੋੜ ਦਿੱਤਾ, ਪਰਮੇਸ਼ਰ ਨੇ ਗੱਲ ਚੰਗੀ ਨਹੀਂ ਲੱਗੀ। ਪਰਮੇਸ਼ਰ ਨੇ ਦੋਨਾਂ ਨੂੰ ਬਾਗੇ ਅਦਨ ਤੋਂ ਬਾਹਰ ਕੱਢ ਦਿੱਤਾ। ਯਾਨੀ ਕਿ ਦੋਨਾਂ ਦਾ ਨਾਤਾ ਖੁਦਾਵੰਦ ਦੇ ਨਾਲ ਟੁੱਟ ਗਿਆ। ਜਦ ਆਦਮ ਤੇ ਹਵਾ ਇਸ ਧਰਤੀ ਤੇ ਸੰਸਾਰ ਵਿੱਚ ਰਹਿਣ ਲੱਗ ਪਏ, ਸੋ ਦੁਨੀਆ ਵਿੱਚ ਕੀ ਆ ਗਿਆ? ਕਿਉਂਕਿ ਉਹਨਾਂ ਨੇ ਪਾਪ ਕਰ ਦਿੱਤਾ ਸੀ, ਆਗਿਆ ਨੂੰ ਤੋੜ ਦਿੱਤਾ ਸੀ। ਸੋ ਦੁਨੀਆ 'ਚ ਕੀ ਆ ਗਿਆ? ਸ਼ਰਾਪ ਆ ਗਿਆ, ਪਾਪ ਆ ਗਿਆ, ਡਰ ਆ ਗਿਆ, ਨੁਕਸਾਨ ਆ ਗਿਆ, ਬਿਮਾਰੀਆਂ ਵੀ ਆ ਗਈਆਂ, ਚਿੰਤਾਵਾਂ ਵੀ ਆ ਗਈਆਂ, ਪਰੇਸ਼ਾਨੀਆਂ ਆ ਗਈਆਂ। ਜਦ ਆਦਮ ਤੇ ਹਵਾ ਨੇ ਪਰਮੇਸ਼ਰ ਦੀ ਆਗਿਆ ਨੂੰ ਤੋੜ ਦਿੱਤਾ, ਦੁਨੀਆ ਵਿੱਚ ਬਿਮਾਰੀਆਂ ਆ ਗਈਆਂ, ਨੁਕਸਾਨ ਆ ਗਿਆ, ਸ਼ਰਾਪ ਆ ਗਿਆ, ਪਾਪ ਆ ਗਿਆ। ਤੇ ਬਾਈਬਲ ਵਿੱਚ ਸਾਫ਼ ਲਿਖਿਆ ਹੈ ਕਿ ਪਰਮੇਸ਼ਰ ਦੀ ਆਗਿਆ ਤੋੜਨ ਦੇ ਨਾਲ ਪਾਪ ਆਉਂਦਾ ਹੈ, ਸ਼ਰਾਪ ਆਉਂਦਾ ਹੈ। ਐਸੀ ਵਚਨ ਚ ਪੜ੍ਹ ਕੇ ਚੱਲਾਂਗੇ। ਤੇ ਪਰਮੇਸ਼ਰ ਦੀ ਆਗਿਆ ਦੇ ਚੱਲਣ ਦੇ ਨਾਲ ਬਰਕਤ ਆਉਂਦੀ ਹੈ। ਜਦੋਂ ਅਸੀਂ ਵਿਵਸਥਾ ਵਿਵਰਣ ਦੀ ਕਿਤਾਬ 28 ਅਧਿਆਇਆਂ ਦੀ 1 ਆਇਤ ਤੋਂ ਲੈ ਕੇ 4 ਆਇਤ ਤੱਕ ਦੇਖੀਏ, 14 ਆਇਤ ਤੱਕ ਦੇਖੀਏ, ਉਹਦੇ ਵਿੱਚ ਲਿਖਿਆ ਪਰਮੇਸ਼ਰ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਮੇਰੀ ਆਗਿਆ ਦਾ ਪਾਲਨ ਕਰੋਗੇ ਤੇ ਤੁਹਾਡੇ ਉੱਤੇ ਬਰਕਤਾਂ ਆਉਣਗੀਆਂ, ਤੁਸੀਂ ਫੁੱਲੋ ਤੇ ਫਲੋਗੇ, ਤੁਹਾਡਾ ਕਾਰੋਬਾਰ ਵਧੇਗਾ, ਤੁਹਾਡੇ ਘਰ ਵਿੱਚ ਬੱਚੇ ਹੋਣਗੇ, ਤੁਹਾਡੇ ਜੀਵਨ ਤਰੱਕੀ ਆਵੇਗੀ। ਜੇਕਰ ਅਸੀਂ ਵਿਵਸਥਾ ਵਿਵਰਣ 28 ਅਧਿਆਏ 15 ਆਇਤ ਤੋਂ ਲੈ ਕੇ 64 ਆਇਤ ਤੱਕ ਦੇਖੀਏ, ਉਹਦੇ ਵਿੱਚ ਲਿਖਿਆ ਜੇ ਤੁਸੀਂ ਮੇਰੀ ਆਗਿਆ ਨੂੰ ਤੋੜੋਗੇ ਤੇ ਤੁਹਾਡੇ ਤੇ ਸ਼ਰਾਪ ਆਵੇਗਾ। ਯਾਨੀ ਕਿ ਪਰਮੇਸ਼ਰ ਦਾ ਨਿਯਮ ਹੈ। ਜਦੋਂ ਅਸੀਂ ਪਰਮੇਸ਼ਰ ਦੀ ਆਗਿਆ ਦਾ ਪਾਲਨ ਕਰਦੇ ਹਾਂ, ਸਾਡੇ ਉੱਤੇ ਬਰਕਤ ਆਉਂਦੀ ਹੈ। ਤੇ ਜਦੋਂ ਅਸੀਂ ਪਰਮੇਸ਼ਰ ਦੀ ਆਗਿਆ ਨੂੰ ਤੋੜਦੇ ਹਾਂ, ਯਾਨੀ ਕਿ ਜਦੋਂ ਅਸੀਂ ਪਾਪ ਕਰਦੇ ਹਾਂ, ਤਦ ਸਾਡੇ ਉੱਤੇ ਸ਼ਰਾਪ ਆਉਂਦਾ ਹੈ। ਤੇ ਸ਼ਰਾਪ ਜਿਹੜਾ ਬਿਮਾਰੀਆਂ ਦੇ ਰੂਪ ਵਿੱਚ ਆਉਂਦਾ ਹੈ। तो इस तरीके ਨਾਲ ਅਸੀਂ ਦੇਖੀਏ ਇਸ ਵਚਨਾਂ ਵਿੱਚੋਂ ਜਿਹੜੀ ਸੰਸਾਰ ਵਿੱਚ ਬਿਮਾਰੀਆਂ ਦੀ ਸ਼ੁਰੂਆਤ ਹੋ ਗਈ। ਇਹ ਬਿਮਾਰੀਆਂ ਜਿਹੜੀਆਂ ਫੈਲਦੀਆਂ ਰਹੀਆਂ ਕਿਉਂਕਿ ਪਰਮੇਸ਼ਰ ਦੀ ਆਗਿਆ ਤੋੜਨ ਦੇ ਨਾਲ ਬਿਮਾਰੀਆਂ ਜਿਹੜੀਆਂ ਆਉਂਦੀਆਂ ਨੇ। ਸੰਸਾਰ ਵਿੱਚ ਸ਼ਰਾਪ ਫੈਲਦਾ ਹੈ, ਬਿਮਾਰੀਆਂ ਫੈਲਦੀਆਂ ਨੇ। ਪਰ ਸਾਡੇ ਮੁਕਤੀਦਾਤਾ ਪ੍ਰਭੂ ਯੀਸ਼ੂ ਮਸੀਹ ਨੇ ਅੱਜ ਤੋਂ ਲਗਭਗ 2020 ਸਾਲ ਪਹਿਲਾਂ ਇਸ ਦੁਨੀਆ ਨੂੰ ਸ਼ੈਤਾਨ ਦੇ ਚੰਗੁਲ ਤੋਂ ਬਚਾਉਣ ਦੇ ਲਈ ਆਪਣਾ ਬਲੀਦਾਨ ਦੇ ਕੇ ਪਵਿੱਤਰ ਖੂਨ ਨੂੰ ਬਹਾ ਦਿੱਤਾ। ਤੇ ਪਵਿੱਤਰ ਖੂਨ ਬਹਾ ਕੇ ਆਪਣੀ ਪਿੱਠ ਤੇ ਕੋੜੇ ਸਹੇ ਤੇ ਇਹਨਾਂ ਸਾਰੇ ਸ਼ਰਾਪਾਂ ਬਿਮਾਰੀਆਂ ਦੀ ਕੀਮਤ ਨੂੰ ਚੁਕਤਾ ਕਰ ਦਿੱਤਾ ਤਾਂ ਕਿ ਅਸੀਂ ਸਾਰੇ ਦੇ ਸਾਰੇ ਚੰਗੇ ਹੋ ਜਾਈਏ। जबकि इस शराबा बीमारियों की कीमत प्रभु यीशु मसीह तो लगभग 2020 साल पहले दे दी है ताकि इंसान जड़ा है शैतान के चंगुल तो आजाद हो जाए ते बीमारियां तो भी आजाद हो जाए। जेकर ਅਸੀਂ यशायाह की किताब जो 53 अध्याय की 4 से 5 आयत देखिए, निश्चय उसने हमारे रोगों को सह लिया और हमारे ही दुखों को उठा लिया, तो भी हमने उसे परमेश्वर का मारा कूटा और दुर्दशा में पड़ा हुआ समझा। परंतु वह हमारे ही अपराधों के कारण घायल किया गया, वह हमारे अधर्म के कामों के कारण कुचला गया। हमारी ही शांति के लिए उस पर ताड़ना पड़ी कि उसके कोड़े खाने से हम लोग चंगे हो जाए। साडी शांति दे लई उस उते ताड़ना पई ताकि उनके कोड़े खान दे द्वारा ਅਸੀਂ ਚੰਗੇ ਹੋ ਜਾਈਏ। यानी परमेश्वर ने जदों देखा कि इंसान जड़ा शैतान के चंगुल च फस गया
तरह तरह की बीमारियां उनके उत्ते आ रही, शराब आते गए, उन्होंने परेशानी रहती है। परमेश्वर दे नाल इंसान दा जिहड़ा नाता टुट गया सी। 2020 साल पहला परमेश्वर ने अपने इकलौते पुत्र प्रभु यीशु मसीह ने इस धरती ते भेजा। प्रभु यीशु मसीह का जन्म एक कुंवारी मरियम दी कोख तो होया, क्योंकि किस तरीके ना परमेश्वर ने प्रभु यीशु मसीह ने इस धरती ते रह के सेवा की, सुसमाचार दा प्रचार किया, किस तरीके ना क्रॉस पे लटकाए गए, मारे गए, गाड़े गए, तीसरे दिन मुर्दियों चो जी उठे, इंसान दी मुक्ति का रास्ता खोल दिया। यानी कि प्रभु यीशु मसीह दे कोड़े खान दी मार दे द्वारा सी चंगे होने, पर शर्त है कि कोई प्रभु यीशु मसीह ते विश्वास न करे, कोई प्रभु यीशु मसीह ने अपना मुक्ति दाता तो समझे। जेकर प्रभु यीशु मसीह ने मुक्ति दाता अपना समझ के कबूल कर दिया, तुसी विश्वास कर सकते हो कि प्रभु यीशु मसीह ने मेरी बीमारी की कीमत चुकता कर दी है। जगत पहला पत्रस 2:24 आयत देखिए, वह आप भी हमारे पापों को अपनी देह पर लिए हुए क्रूस पर चढ़ गया, जिससे हम पापों के लिए मरकर धार्मिकता के लिए जीवन बिताएं, उसी के मार खाने से तुम चंगे हुए। देखो नए नियम विच भी लिखा कि उनके मार खान के द्वारा असी चंगे होए। प्रभु यीशु मसीह की कोड़े खान की मार के द्वारा असी विश्वास कर सकते कि असी चंगे होए, पर विश्वास करने के द्वारा नाल नाल उनके वचनों को असी पूरा भी करना। आज के वचन तो असी डिटेल नाल सीख के चलांगे कि बीमारी इंसान ते क्यों आउंदियां ने, ते इन्हां तो किद्दां बचा जा सकता है, यानी कि इन्हां तो किद्दां चंगाई पाई जा सकती है। बाइबल के पुराने नियम ते नए नियम तो असीं डिटेल नाल सीखांगे कि कित्थे कित्थे बीमारियां आईयां ते किवें आईयां, ते की उन्हां दा परिणाम रिजल्ट की मिलिया। सो बीमारी जो मोस्टली तीन तरह दे नाल आउंदियां ने। पहला परमेश्वर की आज्ञा ना मनन दे नाल, जदों असीं परमेश्वर की आज्ञा नूं नहीं मनदे, जानबूझ के परमेश्वर की आज्ञा नूं तोड़ दिंदे, साडे जीवन च बीमारियां जिहड़ा रास्ता खुल जाता। ते दूजा जदों साडे जीवन च पाप बनिया रहिंदा है, ते पाप ही साडे जीवन शराब जिहड़ा कि बीमारी लियांदा है। ते तीसरा कुछ बीमारी जिहड़ियां परमेश्वर की महिमा दे लिए आउंदियां ने। तुसीं इस वचन नूं सीखदे सीखदे जान जाओगे कि बीमारी जिहड़ी तुहाडे जीवन च क्यों है, किवें है। सो इस तीनों नूं असीं डिटेल नाल सीखांगे। पहला असीं सीखांगे परमेश्वर की आज्ञा ना मनन दे नाल। परमेश्वर की जदों आज्ञा मनन तो असीं मना कर देने, इनकार कर देने, यानी कि सानू सिखाया जाए कि परमेश्वर की आज्ञा की है, परमेश्वर का वचन की है, ते असीं जानबूझ के उसनूं पूरा नहीं करते, यानी कि जानबूझ के उसकी आज्ञा नूं असीं टाल देने या लापरवाही बरतने। यह परमेश्वर नूं चंगा नहीं लगता। सो परमेश्वर की आज्ञा तोड़न दे नाल भी साडे जीवन च बीमारी आ सकती है। सब तो पहला कारण परमेश्वर की आज्ञा तोड़न दे नाल बीमारी आती है। हुण परमेश्वर की आज्ञा का पता किद्दां चलेगा? जदों तुसीं परमेश्वर के वचनां नूं पढ़ोगे, परमेश्वर की वाणी नूं पढ़ोगे, तां तो पता चलेगा कि परमेश्वर की आज्ञा की है, या परमेश्वर के सेवक लोगों तो तुसीं सीखोगे। जब परमेश्वर के सेवक लोग प्रचार करते हैं, जड़े आत्मा ने मसा किते हुए सेवक आत्मा द्वारा बोलते हैं, समझ लो परमेश्वर उन्हां द्वारा बोलता है। जदों असीं उन्हां आग्यावां नूं सिख जाने आ, जेकर असीं फिर भी उनदे ते नहीं चलते, समझ लो असीं जानबूझ के परमेश्वर की आज्ञा नूं टालदे आ,
ਤੇ ਜਿਸ ਤਰੀਕੇ ਨਾਲ ਬਾਈਬਲ ਲਿਖਿਆ ਤੁਸੀਂ ਪ੍ਰਾਰਥਨਾ ਕਰਿਆ ਕਰੋ। ਜੇਕਰ ਅਸੀਂ ਪ੍ਰਾਰਥਨਾ ਇਸ ਸਮੇਂ ਨਹੀਂ ਦਿੰਦੇ, ਸਭ ਨੂੰ ਤੁਸੀਂ ਪਰਮੇਸ਼ਰ ਦੀ ਆਗਿਆ ਨੂੰ ਤੋੜਦੇ ਹੋ। ਜੇ ਤੁਸੀਂ ਵਚਨ ਨੂੰ ਪੜ੍ਹਦੇ ਨੇ, ਜਿਵੇਂ ਵਚਨ ਲਿਖਿਆ ਹਰ ਰੋਜ਼ ਵਚਨ ਨੂੰ ਪੜ੍ਹਿਆ ਕਰੋ। ਜੇਕਰ ਫਿਰ ਵੀ ਪੜ੍ਹਦੇ ਨਹੀਂ, ਪੜ੍ਹਨ ਦਾ ਸਮੇਂ ਨਹੀਂ ਕੱਢਦੇ, ਸਭ ਨੂੰ ਤੁਸੀਂ ਆਗਿਆ ਨੂੰ ਤੋੜਦੇ ਹੋ। ਜੇਕਰ ਤੁਸੀਂ ਸੰਡੇ ਸੰਗਤ ਵਿੱਚ ਹਿੱਸਾ ਨਹੀਂ ਲੈਂਦੇ, ਜਿਵੇਂ ਵਚਨ ਲਿਖਿਆ ਸਪਤਾਹ ਦੇ ਹਫਤੇ ਦੇ ਪਹਿਲੇ ਦਿਨ ਇਕੱਠੇ ਹੋਇਆ ਕਰੋ, ਸਭ ਨੂੰ ਤੁਸੀਂ ਆਗਿਆ ਨੂੰ ਤੋੜ ਰਹੇ ਹੋ। ਜੇਕਰ ਤੁਸੀਂ ਕਮਾਈ ਦਾ 10ਵਾਂ ਹਿੱਸਾ ਦੇਣ ਵਿੱਚ ਲਾਪਰਵਾਹੀ ਵਰਤਦੇ, ਜਿਵੇਂ ਵਚਨ ਵਿੱਚ ਲਿਖਿਆ ਸਾਰੀ ਕਮਾਈ ਦਾ 10ਵਾਂ ਹਿੱਸਾ ਕੱਢਿਆ ਕਰੋ। ਜੇਕਰ ਤੁਸੀਂ ਜਾਣਬੁੱਝ ਕੇ ਨਹੀਂ ਕੱਢਦੇ ਤੇ ਖਰਚਾ ਕਰ ਦਿੰਦੇ ਹੋ, ਤੇ ਸਭ ਨੂੰ ਤੁਸੀਂ ਆਗਿਆ ਨੂੰ ਤੋੜ ਦਿੰਦੇ ਹੋ। ਤੇ ਆਗਿਆ ਤੋੜਨ ਦੇ ਨਾਲ ਤੁਹਾਡੇ ਪੈਸੇ ਵਿੱਚ ਖਰਾਬੀ ਆਵੇ। ਕਿੰਨੇ ਲੋਕਾਂ ਦੀ ਬਰਬਾਦੀ ਹੁੰਦੀ ਤਾਂ ਹੈ। ਕਿੰਨੇ ਲੋਕਾਂ ਨੂੰ ਹਸਪੀਟਲ 'ਚ ਬਿਮਾਰੀ ਤੇ ਪੈਸਾ ਖਰਚ ਕਰਨਾ ਉਹਨਾਂ ਨੂੰ ਮਨਜ਼ੂਰ ਹੈ। ਪੈਸੇ ਨੂੰ ਗਲਤ ਕੰਮਾਂ ਵਿੱਚ ਖਰਚ ਕਰਨਾ ਉਹਨਾਂ ਨੂੰ ਮਨਜ਼ੂਰ ਹੈ, ਪਰ ਪਰਮੇਸ਼ਰ ਦੇ ਨਾਮ ਦਾ 10ਵਾਂ ਹਿੱਸਾ ਕੱਢਣਾ ਉਹਨਾਂ ਨੂੰ ਮਨਜ਼ੂਰ ਨਹੀਂ। ਜਿਵੇਂ ਵਚਨ 'ਚ ਲਿਖਿਆ ਸੇਵਕਾਂ ਦੀ ਆਗਿਆ ਕਰੀ ਜਾ ਕਰੋ। ਜੇਕਰ ਫਿਰ ਵੀ ਸੇਵਕਾਂ ਦੀ ਆਗਿਆ ਨੂੰ ਟਾਲ ਦਿੰਦੇ ਹੋ, ਕਿੰਨੇ ਲੋਕ ਏਦਾਂ ਕਰਦੇ ਨੇ। ਕਿੰਨੇ ਲੋਕ ਪਰਮੇਸ਼ਰ ਦੀ ਆਗਿਆ ਨੂੰ ਸੁਣ ਕੇ ਵੀ ਟਾਲ ਦਿੰਦੇ ਨੇ। ਜੇਕਰ ਤੁਸੀਂ ਜਾਣ-ਬੁੱਝ ਕੇ ਆਗਿਆ ਨੂੰ ਟਾਲਦੇ ਹੋ, ਸਭ ਨੂੰ ਤੁਸੀਂ ਆਗਿਆ ਨੂੰ ਜਾਣ-ਬੁੱਝ ਕੇ ਪਰਮੇਸ਼ਰ ਤੋੜਦੇ ਹੋ। ਯਾਨੀ ਕਿ ਵਚਨ ਤੁਹਾਨੂੰ ਕੁਝ ਹੋਰ ਕਰਨ ਲਈ ਕਹਿੰਦਾ ਹੈ, ਤੁਸੀਂ ਹੋਰ ਕੁਝ ਕਰਦੇ ਹੋ, ਸਭ ਨੂੰ ਤੁਸੀਂ ਆਗਿਆ ਨੂੰ ਤੋੜ ਦਿੰਦੇ ਹੋ। ਪਰਮੇਸ਼ਰ ਸੁਪਨੇ ਦੁਆਰਾ ਜਾਂ ਦਰਸ਼ਨ ਦੁਆਰਾ ਸਾਨੂੰ ਕੁਝ ਕਰਨ ਲਈ ਜੇ ਕਹਿੰਦਾ ਹੈ, ਜੇਕਰ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ, ਸਭ ਨੂੰ ਉਸ ਦੀ ਆਗਿਆ ਨੂੰ ਅਸੀਂ ਤੋੜ ਦਿੰਦੇ। ਜੇਕਰ ਪ੍ਰਭੂ ਦੇ ਸੇਵਕ ਲੋਕ ਕੁਝ ਚੰਗੀ ਸਲਾਹ ਤੁਹਾਨੂੰ ਦੇਣ ਲਈ ਕਹਿਣ ਤੇ ਤੁਸੀਂ ਉਹਦੇ ਤੇ ਧਿਆਨ ਨਹੀਂ ਦਿੰਦੇ, ਸਭ ਨੂੰ ਤੁਸੀਂ ਉਹਦੀ ਆਗਿਆ ਨੂੰ ਤੋੜਦੇ ਹੋ। ਕਈ ਵਾਰ ਤੁਹਾਨੂੰ ਨੋਰਮਲ ਗੱਲਾਂ ਲੱਗਦੀਆਂ, ਕਈ ਵਾਰ ਕੋਈ ਇੱਦਾਂ ਨੋਰਮਲ ਗੱਲ ਲੱਗੇਗੀ, ਪਾਸੀ ਨੇ ਕਿਹਾ ਕੋਈ ਗੱਲ ਨਹੀਂ, ਪਰ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਉਸ ਦੀ ਆਗਿਆ ਨੂੰ ਤੋੜ ਰਹੇ ਹੋ। ਤੇ ਤੁਹਾਨੂੰ ਨਹੀਂ ਪਤਾ ਕਿ ਉਸ ਦੀ ਵਜ੍ਹਾ ਨਾਲ ਕਿਹੜੀ ਬਿਮਾਰੀ ਤੁਹਾਨੂੰ ਆ ਕੇ ਚਿਪੜ ਜਾਵੇ, ਜਦੋਂ ਤੁਸੀਂ ਪਰਮੇਸ਼ਰ ਦੇ ਦਾਸਾਂ ਦੀ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਯਾਨੀ ਕਿ ਹੋਰ ਵੀ ਵਚਨ ਵਿੱਚ ਜੋ ਕੁਝ ਲਿਖਿਆ, ਜੇਕਰ ਉਹਦੇ ਵੱਲ ਤੁਸੀਂ ਧਿਆਨ ਨਹੀਂ ਦਿੰਦੇ, ਸਭ ਨੂੰ ਤੁਸੀਂ ਉਸ ਦੀ ਆਗਿਆ ਨੂੰ ਟਾਲ ਦਿੰਦੇ ਹੋ। ਤੇ ਜਦੋਂ ਆਗਿਆ ਨੂੰ ਟਾਲਦੇ ਹੋ, ਵਚਨ ਵਿੱਚ ਸਾਫ਼ ਲਿਖਿਆ ਕਿ ਬਿਮਾਰੀਆਂ ਤੁਹਾਡਾ ਪਿੱਛਾ ਨਹੀਂ ਛੱਡਣਗੀਆਂ। ਮੈਂ ਤੁਹਾਨੂੰ ਵਚਨ ਵਿੱਚੋਂ ਕੁਝ ਐਗਜ਼ਾਮਪਲ ਦੱਸਾਂਗਾ। ਜੇਕਰ ਨਿਰਗਮਨ ਦੀ ਕਿਤਾਬ, ਪੁਰਾਣੇ ਨਿਯਮ ਵਿੱਚ ਨਿਰਗਮਨ ਦੀ ਕਿਤਾਬ 5 ਅਧਿਆਇ 12 ਅਧਿਆਇ ਵਿੱਚ ਦੇਖੋ, 5 ਅਧਿਆਇ ਤੋਂ ਲਗਾਤਾਰ 12 ਅਧਿਆਇ ਵਿੱਚ ਤੁਸੀਂ ਦੇਖੋ, ਪਰਮੇਸ਼ਰ ਨੇ ਮਿਸਰੀ ਲੋਕਾਂ ਉੱਤੇ 10 ਜਿਹੜੀਆਂ ਕਿ ਬਿਮਾਰੀਆਂ ਪਾਈਆਂ। ਕਿਉਂ ਪਾਈਆਂ? ਜਦੋਂ ਮੂਸਾ ਤੇ ਹਾरून ਨੇ ਜਾ ਕੇ ਫਿਰੌਨ ਦੇ ਰਾਜਾ ਨੂੰ ਪਰਮੇਸ਼ਰ ਦੀ ਆਗਿਆ ਦੱਸਿਆ ਕਿ ਪਰਮੇਸ਼ਰ ਨੇ ਕਿਹਾ ਮੇਰੇ ਇਸਰਾਈਲੀ ਲੋਕਾਂ ਨੂੰ ਆਜ਼ਾਦ ਕਰ ਦਿਓ, ਕਿਉਂਕਿ ਫਿਰੌਨ ਰਾਜਾ ਕੀ ਕਰਦਾ ਰਿਹਾ, ਉਹ ਮੂਸਾ ਦੀ ਗੱਲਾਂ ਨੂੰ ਟਾਲਦਾ ਰਿਹਾ, ਇਸਰਾਈਲੀ ਨੂੰ ਆਜ਼ਾਦ ਨਹੀਂ ਕੀਤਾ। ਇਹ ਗੱਲ ਪਰਮੇਸ਼ਰ ਨੂੰ ਫਿਰੌਨ ਦੀ ਚੰਗੀ ਨਹੀਂ ਲੱਗੀ। ਮੂਸਾ ਤੇ ਹਾरून ਨੇ ਬਾਰ-ਬਾਰ ਜਾ ਕੇ ਫਿਰੌਨ ਨੂੰ ਸਮਝਾਇਆ, ਪਰ ਫਿਰੌਨ ਰਾਜਾ ਦਾ ਮਨ ਜਿਹੜਾ ਕਠੋਰ ਹੁੰਦਾ, ਤਾਂ ਪਰਮੇਸ਼ਰ ਨੇ ਸ਼ਰਾਪ ਦੇ ਤੌਰ ਤੇ ਜਿਹੜੇ ਕਿ 10 ਤਰ੍ਹਾਂ ਦੀ ਬਿਮਾਰੀਆਂ ਮਿਸਰ ਵਿੱਚ ਭੇਜੀਆਂ। ਜਿਵੇਂ ਕਿ ਤੁਸੀਂ ਨਿਰਗਮਨ 5 ਅਧਿਆਇ ਤੋਂ ਲੈ ਕੇ 12 ਅਧਿਆਇ ਤੱਕ ਦੇਖੋਗੇ, ਪਹਿਲੀ ਲਹੂ ਦੀ ਮਹਾਮਾਰੀ ਪਾਈ, ਫਿਰ ਮੇਂਢਕਾਂ ਦੀ ਮਹਾਮਾਰੀ ਪਾਈ, ਫਿਰ ਕੁਟਕੀਆਂ ਦੀ ਮਹਾਮਾਰੀ ਪਾਈ, ਫਿਰ ਡਾਂਸਾਂ ਦੀ ਮਹਾਮਾਰੀ ਪਾਈ, ਫਿਰ ਪਸ਼ੂਆਂ ਦੀ ਮਹਾਮਾਰੀ ਪਾਈ, ਫਿਰ ਫੋੜਿਆਂ ਦੀ ਮਹਾਮਾਰੀ ਪਾਈ, ਫਿਰ ਓਲਿਆਂ ਦੀ ਮਹਾਮਾਰੀ ਪਾਈ, ਫਿਰ ਟਿੱਡੀਆਂ ਦੀ ਮਹਾਮਾਰੀ ਪਾਈ, ਫਿਰ ਕੋਰ ਅੰਧਕਾਰ ਦੀ ਮਹਾਮਾਰੀ ਪਾਈ, ਫਿਰ ਪਹਿਲੋਠਿਆਂ ਦੀ ਮਹਾਮਾਰੀ ਪਾਈ। ਯਾਨੀ ਕਿ ਇੰਨੀ 10 ਮਹਾਮਾਰੀ ਜਿਹੜੀ ਵੱਡੀਆਂ ਵੱਡੀਆਂ ਪਾਈਆਂ, ਇਹਦਾ ਰਿਜ਼ਲਟ ਕੀ ਹੋਇਆ? ਸਾਰੇ ਮਿਸਰ ਦੇਸ਼ ਦੇ ਲੋਕ ਜਿਹੜੇ ਸੀ, ਕਾਫੀ ਲੋਕ, ਪਸ਼ੂ ਪਕਸ਼ੀ ਸਾਰੇ ਨਾਸ਼ ਹੋ ਗਏ, ਸਾਰੀਆਂ ਫਸਲਾਂ ਖਰਾਬ ਹੋ ਗਈਆਂ, ਸਭ ਜਗ੍ਹਾ ਤੇ ਹਾਹਾਕਾਰ ਮਚ ਗਿਆ। ਸਾਰੀ ਜਨਤਾ ਜਾ ਕੇ ਰਾਜਾ ਫਿਰੌਨ ਨੂੰ ਕਹਿਣ ਲੱਗੀ, ਤੁਸੀਂ ਕੀ ਕਰ ਰਹੇ ਹੋ ਕਿ ਸਾਰੀ ਜਨਤਾ ਸਾਡੀ ਨਾਸ਼ ਹੋ ਰਹੀ ਹੈ?
इन्हां इजराइलियों को आजाद कर दिओ। फिर जाके फिरौन ने इजराइल लोगों को आजाद किया। यानी कि फिरौन राजा ने परमेश्वर की आज्ञा को टालिया। देखो परमेश्वर ने उस जगह ते मिस्र विच किन्नियां महामारियां भेजनियां पईयां। आज जेकर कोई भी जन, कोई भी देश, कोई भी समाज, कोई भी देश जिहड़ा कि परमेश्वर की आज्ञा को टालदा है, उस नूं परमेश्वर दे वल्लों बीमारियां जिहड़ियां शराब के तौर पर आ सकदियां। दूसरा अगर इस व्यवस्था विवरण 28 अध्याय दे विच 15 आयत तो देखिए, आज्ञा ना मनन वालियां उत्ते किन्नियां बीमारियां दा श्राप दिता गया है। जेकर असीं परमेश्वर की आज्ञावां दा विधियां दा पालन नहीं करते, बाइबल से क्या सारी बीमारी जड़ियां, सारे श्राप साडे उत्ते आ सकते हैं। देखो परमेश्वर ने पहले ही बोल दिता। जेकर असीं व्यवस्था विवरण 28 अध्याय दी 15 आयत विच देखिए, परंतु यदि तू अपने परमेश्वर यहोवा की बात ना सुने और उसकी सारी आज्ञाओं और विधियों के पालने में जो मैं आज तुझे सुनाता हूँ चौकसी नहीं करेगा, तो ये सब शाप तुझ पर आ पड़ेंगे। अर्थात शापित हो तू नगर में, शापित हो तू खेत में। और यहोवा ऐसा करेगा कि मरी तुझ में फैलकर उस समय तक लगी रहेगी जब तक जिस भूमि के अधिकारी होने के लिए तू जा रहा है उस पर से तेरा अंत ना हो जाए। यहोवा तुझको श्रेय रोग से और ज्वर और दहा और बड़ी जलन से और तलवार और झुलस और गेरुई से मारेगा। और यहोवा तुझको मिस्र के से फोड़े और बवासीर और दाद और खुजली से ऐसा पीड़ित करेगा कि तू चंगा ना हो सकेगा। यहोवा तुझे पागल और अंधा कर देगा और तेरे मन को, यहोवा तेरे घुटनों और टांगों में वरन नख से शिख तक भी असाध्य फोड़े निकाल कर तुझको पीड़ित करेगा। देखिए 28 अध्याय दी 15 तो लेके 35 आयत तक की लिखा है। पहली 15 आयत विच तय लिखा, जे तुसी परमेश्वर दी आज्ञा दा पालन करोगे तुहाडे उत्ते परमेश्वर दी बड़ी आशीषां आउणगीਆਂ। पर 15 तो 35 आयत तक की लिखा है, जे तुसी परमेश्वर दी आज्ञा ते विधियां दा पालन नहीं करोगे। देखो किन्नियां खतरनाक बीमारी दा जिक्र किया गया। यानी कि जब तुसी परमेश्वर की आज्ञा को तोड़ते हो, परमेश्वर को बिल्कुल भी चंगा नहीं लगता। परमेश्वर कोई भी, यानी कि जब परमेश्वर ने हनानी दर्शी ने जो कि आसा राजा के कोल भेजा, यानी कि उन्होंने कुछ दसन लई भेजा, पर आसा राजा ने की किया, परमेश्वर की आज्ञा समझ के कबूल करने की बजाय हनानी दर्शी ते गुस्सा कर बैठा। यानी कि आसा राजा जो हनानी दर्शी उत्ते गुस्सा पै गया। चाहिए सी जे कि हनानी दर्शी की गल सुन के आसा राजा नूं दी गल नूं कबूल करना चाहिए सी। परमेश्वर के सेवक उत्ते गुस्सा पै गया। यह गल परमेश्वर नूं चंगी ना लगी। अगे जाके वचन लिखा कि उन्हें पैर का रोग हो गया ते उन्हें माफी मंगन दी, अगे जाके लिखा कि उन्हें माफी मंगन दी बजाय डॉक्टर दी वैद्य दी शरण ले लिया। परमेश्वर दी शरण विच नहीं गया। चलो परमेश्वर तो माफी मंग लेना, ते लिखा वो मर गया। परमेश्वर के बच्चे जो परमेश्वर का वचन तोड़न ते तुहाडे उत्ते कोई बीमारी आवेगी, किसी भी डॉक्टर तो तुहाडा इलाज हो नहीं पाएगा। कोई डॉक्टर जड़े के परमेश्वर तो वड्डे थोड़ा ना। परमेश्वर के सेवक लोग जो परमेश्वर के वल्लों तुहानू कुछ कहंदे ने, वो भी मसा किते हुए सेवक, उनके वल्लों भेजे गए सेवक, उन्हां सेवकां दी गल्लां नूं, सेवकां दी आज्ञा नूं, परमेश्वर दी आज्ञा नूं समझ के कबूल करा करो। जेकर आत्मा दे नाल सेवकां ने कुछ करन नहीं किया या कुछ ना करन नहीं किया तो तुसीं फिर भी कर दे हो, यानी कि सेवकां दी गल्लां नूं टाल दे हो।
कुछ भी हो सकता है। ਇਹ ਹੋ ਗਿਆ ਪਰਮੇਸ਼ਰ ਦੀ ਆਗਿਆ ਤੋੜਨ ਦੇ ਨਾਲ ਕੀ ਕੀ ਬਿਮਾਰੀਆਂ ਆਉਂਦੀਆਂ ਨੇ। ਦੂਸਰਾ ਪੁਆਇੰਟ ਅਸੀਂ ਸਿੱਖਾਂਗੇ ਦੂਸਰੀ ਤਰ੍ਹਾਂ ਦੀ ਬਿਮਾਰੀਆਂ ਕਿਵੇਂ ਸਾਡੇ ਜੀਵਨ ਚ ਆਉਂਦੀ ਜਦੋਂ ਸਾਡੇ ਜੀਵਨ ਚ ਪਾਪ ਹੁੰਦਾ ਹੈ। ਜ਼ਿਆਦਾਤਰ ਦੇਸ਼ ਵਿੱਚ ਸਮਾਜ ਯਾਨੀ ਕਿ ਸਾਡੇ ਜੀਵਨ ਜਦੋਂ ਛੋਟਾ ਜਾਂ ਵੱਡਾ ਕੋਈ ਪਾਪ ਬਣਿਆ ਰਹਿੰਦਾ ਹੈ। ਸਮਝ ਲਓ ਉਸ ਪਾਪ ਦੀ ਵਜ੍ਹਾ ਦੇ ਨਾਲ ਸਾਡੇ ਜੀਵਨ ਚ ਕੋਈ ਪਾਪ ਦੀ ਵਜ੍ਹਾ ਨਾਲ ਸ਼ਰਾਬ ਜਾਂ ਬਿਮਾਰੀ ਕੋਈ ਬਣੀ ਰਹਿੰਦੀ ਹੈ। ਤੇ ਯਾਦ ਰੱਖੋ ਜਦ ਤੱਕ ਜੀਵਨ ਪਾਪ ਹੋਵੇਗਾ ਤੁਹਾਡੇ ਦਾਨ ਪੁੰਨ ਭਗਤੀ ਪ੍ਰਾਰਥਨਾ ਕੋਈ ਕੰਮ ਨਹੀਂ ਦੇਵੇਗੀ। ਪਾਪ ਵਿੱਚ ਰਹਿੰਦੇ ਹੋਏ ਕੋਈ ਵੀ ਤੁਸੀਂ ਦਾਨ ਕਰੋ ਭਗਤੀ ਕਰੋ ਪ੍ਰਾਰਥਨਾ ਕਰੋ ਵਚਨ ਪੜੋ ਪਰਮੇਸ਼ਰ ਕੁਛ ਵੀ ਕਬੂਲ ਨਹੀਂ ਕਰਦਾ। ਇਸ ਲਈ ਤਾਂ ਕਿੰਨੇ ਲੋਕਾਂ ਦੀ ਪ੍ਰਾਰਥਨਾਵਾਂ ਨੂੰ ਪਰਮੇਸ਼ਰ ਸੁਣਦਾ ਹੈ। ਇਸ ਲਈ ਕਿੰਨੇ ਲੋਕ ਜਿਹੜੇ ਪ੍ਰਾਰਥਨਾ ਦੁਆਰਾ ਬਿਮਾਰੀ ਤੋਂ ਚੰਗੇ ਹੁੰਦੇ ਨੇ। ਤੁਹਾਨੂੰ ਮੈਂ ਕੁਝ ਤਰੀਕੇ ਦੇ ਪਾਪ ਦੱਸਾਂਗਾ। ਵਿਚਾਰ ਕਰਨਾ ਪਾਪ ਹੈ। ਜਦ ਤੁਹਾਡੇ ਚਰਿੱਤਰ ਵਿੱਚ ਖਰਾਬੀ ਹੋਵੇ ਕਿਸੇ ਤਰਫ ਜਦ ਗੰਦੀ ਨਜ਼ਰ ਵੀ ਪਾਉਂਦੇ ਹੋ ਕਿਸੇ ਨੂੰ ਗੰਦਾ ਮੈਸੇਜ ਲਿਖ ਕੇ ਕਿਸੇ ਨੂੰ ਗੰਦਾ ਫੋਨ ਨਾਲ ਗੱਲ ਕਰ ਸਮਝ ਲਓ ਤੁਸੀਂ ਵਿਚਾਰ ਕਰ ਤੇ ਜਦੋਂ ਤੁਹਾਡੇ ਅੰਦਰ ਇਹ ਪਾਪ ਹੋਏਗਾ ਕੋਈ ਵੀ ਬਿਮਾਰੀ ਆ ਸਕਦੀ। ਮੂਰਤੀ ਪੂਜਾ ਕਰਨਾ ਵੀ ਪਾਪ ਹੈ। ਤੁਸੀਂ ਲਾਲਚ ਕਰਦੇ ਹੋ ਕਿਸੇ ਚੀਜ਼ ਦਾ ਵੀ ਪਾਪ ਹੈ। ਤੁਸੀਂ ਕਿਸੇ ਦਾ ਕਤਲ ਕਰਦੇ ਹੋ ਕਰਨ ਦੀ ਸੋਚਦੇ ਵੀ ਪਾਪ ਹੈ। ਤੁਸੀਂ ਝੂਠ ਬੋਲਦੇ ਵੀ ਪਾਪ ਹੈ। ਤੁਸੀਂ ਗਾਲੀ ਦਿੰਦੇ ਹੋ ਕਿਸੇ ਨੂੰ ਮਾਂ-ਬਾਪ ਨੂੰ ਇਹ ਵੀ ਪਾਪ ਹੈ। ਜੇ ਤੁਸੀਂ ਕਿਸੇ ਵੀ ਕਿਸਮ ਦਾ ਨਸ਼ਾ ਕਰਦੇ ਹੋ ਵੀ ਪਾਪ ਹੈ। ਜਾਦੂ ਟੋਨਾ ਕਰਨਾ ਜਾਂ ਜਾਦੂ ਟੋਨਾ ਕਰਵਾਉਣਾ ਜਾਂ ਤਾਂਤਰਿਕਾਂ ਦੇ ਕੋਲ ਜਾਣਾ ਆਪਣੇ ਹੱਥ ਨੂੰ ਦਿਖਾਣਾ ਵੀ ਪਾਪ ਹੈ। ਕਿਸੇ ਦੀ ਚੁਗਲੀ ਨਿੰਦਾ ਕਰਨਾ ਵੀ ਪਾਪ ਹੈ। ਇਹ ਤੁਹਾਨੂੰ ਮੈਂ ਉਹ ਪੁਆਇੰਟ ਦੱਸ ਰਿਹਾ ਉਹ ਪਾਪ ਦੱਸ ਰਿਹਾ ਜਿਹਦੇ ਨਾਲ ਪਰਮੇਸ਼ਰ ਨੂੰ ਗੁੱਸਾ ਆਉਂਦਾ ਹੈ ਤੇ ਪਰਮੇਸ਼ਰ ਉਸ ਵਜ੍ਹਾ ਨਾਲ ਬਿਮਾਰੀ ਸ਼ਰਾਪ ਲਿਆਂਦਾ ਹੈ। ਜੇ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ ਈਰਖਾ ਕਰਦੇ ਹੋ ਵੀ ਪਾਪ ਹੈ। ਤੁਹਾਡੇ ਪੜੋਸੀ ਚਾਹੇ ਕਿੰਨੇ ਵੀ ਤੁਹਾਡੇ ਨਾਲ ਨਫ਼ਰਤ ਕਰਨ ਉਹਨਾਂ ਨੂੰ ਕਰਨ ਦਿਓ ਤੁਹਾਡਾ ਕੰਮ ਨਫ਼ਰਤ ਕਰਨਾ ਨਹੀਂ ਹੈ। ਤੁਹਾਡਾ ਕੰਮ ਉਹਨਾਂ ਨਾਲ ਪ੍ਰੇਮ ਕਰਨ ਲਈ ਪ੍ਰਾਰਥਨਾ ਕਰਨਾ ਹੈ। ਰਿਸ਼ਵਤ ਦਿੰਦੇ ਹੋ ਤੁਸੀਂ ਛੋਟੀ ਵੱਡੀ ਕਿਸੇ ਵੀ ਕਿਸਮ ਦੀ ਉਹ ਵੀ ਪਾਪ ਹੈ। ਤੁਹਾਨੂੰ ਪਰਮੇਸ਼ਰ ਨੇ ਜੋ ਬਿਜ਼ਨਸ ਦਿੱਤਾ ਜੋ ਡਿਊਟੀ ਦਿੱਤੀ ਜੋ ਤਨਖਾਹ ਪੈਸਾ ਤਾਂ ਉਹਦੇ ਵਿੱਚ ਗੁਜ਼ਾਰਾ ਕਰੋ ਪਰਮੇਸ਼ਰ ਉਸੇ ਵਿੱਚ ਆਸ਼ੀਸ਼ ਦੇਵੇਗਾ। ਜੇਕਰ ਤੁਸੀਂ ਰਿਸ਼ਵਤ ਦਾ ਪੈਸਾ ਲਿਆਓਗੇ ਉਹਦੇ ਨਾਲ ਬਿਮਾਰੀ ਆਏਗੀ ਸ਼ਰਾਪ ਆਏਗਾ। ਗੰਦੀ ਨਜ਼ਰਾਂ ਪਾਣਾ ਵੀ ਪਾਪ ਹੈ। ਗੰਦੀ ਸੋਚ ਕਿਸੇ ਦੇ ਪ੍ਰਤੀ ਰੱਖਣਾ ਵੀ ਪਾਪ ਹੈ। ਜੇਕਰ ਤੁਸੀਂ ਕਿਸੇ ਦਾ ਬੁਰਾ ਕਰਦੇ ਨਹੀਂ ਬੁਰਾ ਸੋਚਦੇ ਹੀ ਹੋ ਇਹ ਵੀ ਪਾਪ ਹੈ। ਜੇਕਰ ਤੁਸੀਂ ਗੰਦੇ ਗੀਤ ਗਾਉਂਦੇ ਹੋ ਜਾਂ ਗੰਦੇ ਗੀਤ ਸੁਣਦੇ ਹੋ ਵੀ ਪਾਪ ਹੈ। ਗੰਦੀ ਫਿਲਮਾਂ ਦੇਖਦੇ ਹੋ ਵੀ ਪਾਪ ਹੈ। ਕਿਸੇ ਵੀ ਕਿਸਮ ਦਾ ਨਸ਼ਾ ਕਰਦੇ ਵੀ ਪਾਪ ਹੈ। ਛੋਟੀ ਜਾਂ ਵੱਡੀ ਚੋਰੀ ਕਰਦੇ ਵੀ ਪਾਪ ਹੈ। ਠੱਗੀ ਕਰਨਾ ਚਾਹੇ ਛੋਟੀ ਚਾਹੇ ਵੱਡੀ ਵੀ ਪਾਪ ਹੈ। ਖਾਮ ਖਾਮ ਕਿਸੇ ਨਾਲ ਝਗੜਾ ਕਰਨਾ ਵੀ ਪਾਪ ਹੈ। ਯਾਨੀ ਕਿ ਅਨੇਕਾਂ ਤਰ੍ਹਾਂ ਦੇ ਪਾਪ ਜਿਹੜੇ ਤੁਸੀਂ ਵਚਨ ਵਿੱਚੋਂ ਸਿੱਖ ਸਕਦੇ ਹੋ। ਜਦ ਤੱਕ ਤੁਹਾਡੇ ਜਿਵੇਂ ਛੋਟਾ ਜਾਂ ਵੱਡਾ ਪਾਪ ਬਣਿਆ ਹੋਇਆ ਹੈ ਤੇ ਸਮਝ ਲਓ ਤੁਹਾਡੇ ਤੇ ਸ਼ਰਾਪ ਬਿਮਾਰੀ ਕਦੇ ਵੀ ਆ ਸਕਦੀ ਹੈ। ਯਾਨੀ ਕਿ ਪਾਪ ਕੱਲਾ ਨਹੀਂ ਆਉਂਦਾ ਪਾਪ ਆਪਣੇ ਨਾਲ ਸ਼ਰਾਪ ਲਿਆਉਂਦਾ ਹੈ। ਪਾਪ ਨਾਲ ਆਪਣੇ ਨਾਲ ਬਿਮਾਰੀ ਲੈ ਕੇ ਆਉਂਦਾ। ਅੱਜ ਕਿੰਨੇ ਲੋਕ ਪਾਪਾਂ ਦੀ ਵਜ੍ਹਾ ਨਾਲ ਬਿਮਾਰੀ ਦੇ ਬਿਸਤਰ ਹੁੰਦੇ ਨੇ। ਕਿੰਨੇ ਲੋਕਾਂ ਦੀ ਬਿਮਾਰੀ ਦਾ ਇਲਾਜ ਹੈ ਡਾਕਟਰ ਤੇ ਕਿਉਂ ਨਹੀਂ ਹੁੰਦਾ। ਕਿੰਨੇ ਲੋਕ ਜਗ੍ਹਾ ਜਗ੍ਹਾ ਤੇ ਭਟਕਦੇ ਫਿਰਦੇ ਨੇ ਫਿਰ ਵੀ ਉਹਨਾਂ ਦੀ ਬਿਮਾਰੀ ਦਾ ਇਲਾਜ ਨਹੀਂ ਹੁੰਦਾ। ਯਾਦ ਰੱਖੋ ਜਦ ਤੱਕ ਪਾਪ ਬਣਿਆ ਰਹੇਗਾ ਬਿਮਾਰੀ ਵੀ ਬਣੀ ਰਹੇਗੀ। ਜਦੋਂ ਅਸੀਂ ਗਿਣਤੀ 12 ਦੇ ਆਇਆਂ ਦੀ 10 ਆਦਿ ਦੇਖਦੇ ਹਾਂ ਉੱਥੇ ਮਰੀਮ ਨੂੰ ਕੋੜ ਲੱਗ ਗਿਆ ਕਿਉਂਕਿ ਉਸਨੇ ਪਰਮੇਸ਼ਰ ਦੇ ਅਭਿਸ਼ੇਕ ਸੇਵਕ ਮੂਸਾ ਦੀ ਬੇਮਤਲਬ ਨਿੰਦਾ ਕਰ ਦਿੱਤੀ ਤੇ ਪਰਮੇਸ਼ਰ ਨੂੰ ਗੱਲ ਚੰਗੀ ਨਹੀਂ ਲੱਗੀ। ਉਹਦੇ ਤੇ ਕੋੜ ਦਾ ਸ਼ਰਾਪ ਆ ਗਿਆ। ਪਰਮੇਸ਼ਰ ਦੇ ਲੋਕੋ ਜੇਕਰ ਤੁਸੀਂ ਪਰਮੇਸ਼ਰ
परमेश्वर के किसी अभिषेक की, परमेश्वर की सेवका की बेमतलब बेवजह ਦੇ ਨਾਲ ਕਿਸੇ ਦੀ ਨਿੰਦਾ ਚੁਗਲੀ ਕਰ ਦਿੰਦੇ ਹੋ ਜਾਂ ਉਹਨਾਂ ਦੇ ਖਿਲਾਫ ਕੁਝ ਗੱਲਾਂ ਕਹਿ ਦਿੰਦੇ ਹੋ, ਇਹ ਪਰਮੇਸ਼ਰ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਪਰਮੇਸ਼ਰ ਨੂੰ ਗੁੱਸਾ ਆਉਂਦਾ ਹੈ। ਤੇ ਯਾਦ ਰੱਖੋ, ਉਹਨਾਂ ਦੇ ਖਿਲਾਫ ਬੋਲਣ ਦੇ ਨਾਲ ਪਤਾ ਨਹੀਂ ਤੁਹਾਡੇ ਜੀਵਨ ਵਿੱਚ, ਸਰੀਰ 'ਚ ਕਿਹੜੀ ਬਿਮਾਰੀ ਹੋ ਜਾਵੇ ਤੇ ਤੁਹਾਨੂੰ ਲੱਗੇ ਕਿ ਸਿਰ ਦਰਦ ਕਿਉਂ ਹੁੰਦਾ ਹੈ, ਪਤਾ ਨਹੀਂ ਪੇਟ ਦਰਦ ਕਿਉਂ ਹੁੰਦਾ ਹੈ, ਪਤਾ ਨਹੀਂ ਰਾਤਾਂ ਨੂੰ ਨੀਂਦ ਕਿਉਂ ਨਹੀਂ ਆਉਂਦੀ, ਪਤਾ ਨਹੀਂ ਏਦਾਂ ਕਿਉਂ, ਪਤਾ ਨਹੀਂ ਮੇਰੇ ਕਾਰੋਬਾਰ ਵਿੱਚ ਗੜਬੜ ਕਿਉਂ। ਤੁਹਾਨੂੰ ਨਹੀਂ ਪਤਾ ਜਦੋਂ ਤੁਸੀਂ ਪਰਮੇਸ਼ਰ ਦੇ ਅਭਿਸ਼ੇਕ ਸੇਵਕਾਂ ਦੀ ਨਿੰਦਾ ਚੁਗਲੀ ਏਦਾਂ ਹੀ ਕਰ ਦਿੰਦੇ ਹੋ, ਉਹਨਾਂ ਦੇ ਖਿਲਾਫ ਬੋਲ ਦਿੰਦੇ ਹੋ, ਚਾਹੇ ਉਹ ਕਿਤੇ ਦਾ ਵੀ ਸੇਵਕ ਕਿਉਂ ਨਾ ਹੋਵੇ, ਪਰ ਸੇਵਕਾਂ ਦੀ ਜਿਹੜੀ ਨਿੰਦਾ ਚੁਗਲੀ ਨਾ ਕਰਿਆ ਕਰੋ। ਉਹਨਾਂ ਦੀ ਨਿੰਦਾ ਚੁਗਲੀ ਕਰਨਾ, ਉਹਨਾਂ ਉੱਤੇ ਕੁਝ ਵੀ ਗਲਤ ਬੋਲਣਾ, ਉਹ ਤੁਹਾਡੇ ਉੱਤੇ ਬਿਮਾਰੀ ਲੈ ਕੇ ਆਵੇਗਾ। ਤੇ ਇਸ ਤੋਂ ਵੱਧ ਕੇ ਤੁਸੀਂ ਉਹਨਾਂ ਤੋਂ ਆਸ਼ੀਰਵਾਦ ਲਿਆ ਕਰੋ, ਉਹਨਾਂ ਨਾਲ ਪ੍ਰੇਮ ਕਰਿਆ ਕਰੋ, ਉਹਨਾਂ ਲਈ ਪ੍ਰਾਰਥਨਾ ਕਰਿਆ ਕਰੋ ਤੇ ਜਿਹੜੀ ਸਲਾਹ ਦਿੰਦੇ ਉਹਨੂੰ ਮੰਨਿਆ ਕਰੋ। ਇਹ ਪਰਮੇਸ਼ਰ ਨੂੰ ਚੰਗਾ ਲੱਗੇਗਾ ਤੇ ਜੇ ਪਰਮੇਸ਼ਰ ਨੂੰ ਚੰਗਾ ਲੱਗੇਗਾ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ। ਕਿੰਨੇ ਲੋਕ ਜਿਹੜੇ ਸੇਵਕਾਂ ਦੀ ਗੱਲਾਂ ਨੂੰ ਏਦਾਂ ਹੀ ਟਾਲ ਦਿੰਦੇ ਨੇ, ਉਦਾਂ ਹੀ ਉਹਨਾਂ ਦੇ ਖਿਲਾਫ ਬੁੜਬੁੜਾਉਂਦੇ ਰਹਿੰਦੇ ਨੇ। ਜੇਕਰ ਗਿਣਤੀ ਅਸੀਂ 21 ਅਧਿਆਇ ਦੀ 5 ਆਇਤ ਤੋਂ ਅਸੀਂ ਦੇਖਦੇ ਹਾਂ, ਉਹ ਜਦੋਂ ਇਜ਼ਰਾਈਲੀ ਲੋਕਾਂ ਨੂੰ ਮੂਸਾ, ਪਰਮੇਸ਼ਰ ਦਾ ਸੇਵਕ ਮੂਸਾ ਜਦੋਂ ਜੰਗਲ ਵਿੱਚ ਲੈ ਕੇ ਜਾ ਰਿਹਾ ਸੀ, तो इजरायली लोग खामखा परमेश्वर के दास मूसा खिलाफ बुड़बुड़ान लग पे और परमेश्वर के खिलाफ भी बुड़बुड़ान लग पे। मूसा ਨੂੰ ਕੀ ਕਹਿਣ ਲੱਗੇ, ਤੁਸੀਂ ਸਾਨੂੰ ਜੰਗਲ ਵਿੱਚ ਮਰਨ ਦੇ ਲਈ ਲੈ ਕੇ ਆਏ। ਇੱਥੇ ਦੇਖੋ, ਨਾ ਤਾਂ ਸਾਨੂੰ ਰੋਟੀ ਮਿਲੀ ਨਾ ਪਾਣੀ ਮਿਲ ਰਿਹਾ। ਬੇਸ਼ੱਕ ਉਹਨਾਂ ਨੇ ਪਰਮੇਸ਼ਰ ਦੇ ਸੇਵਕ ਨੂੰ ਹੀ ਬੋਲਿਆ, ਪਰ ਪਰਮੇਸ਼ਰ ਦੇ ਸੇਵਕ ਨੂੰ ਬੋਲਣਾ ਵੀ ਪਰਮੇਸ਼ਰ ਨੂੰ ਬੋਲਣਾ। ਪਰਮੇਸ਼ਰ ਜਦੋਂ ਉਹਨਾਂ ਦੇ ਬੁੜਬੁੜਾਨ ਨੂੰ ਸੁਣਿਆ, ਪਰਮੇਸ਼ਰ ਨੂੰ ਗੱਲ ਚੰਗੀ ਨਹੀਂ ਲੱਗੀ। ਸੋ ਪਰ ਮੈਂ ਉਹਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਉਹਨਾਂ ਉਹਦੇ 30 ਦੀ ਜਿਹੜੇ ਕਿ ਸੱਪ ਜਿਹੜੇ ਜਿਨ੍ਹਾਂ ਉੱਤੇ ਜ਼ਿਆਦਾ ਵਿਸ਼ ਜ਼ਹਿਰ ਹੁੰਦਾ, ਉਹਨਾਂ ਨੂੰ ਜ਼ਿਆਦਾ ਸੱਪਾਂ ਨੂੰ ਉਹਨਾਂ ਵਿੱਚ ਭੇਜਿਆ, ਜਿਹੜੇ ਇਜ਼ਰਾਈਲੀ ਲੋਕਾਂ ਨੂੰ ਆ ਕੇ ਡਸਣ ਲੱਗ ਪਏ। ਤੇ ਲਿਖਿਆ ਕਿ ਕਾਫੀ ਇਜ਼ਰਾਈਲੀ ਲੋਕ ਉਸ ਸੱਪ ਦੇ ਡਸਣ ਦੇ ਨਾਲ ਬਣ ਵੀ ਗਏ ਤੇ ਕਾਫੀ ਇਜ਼ਰਾਈਲੀ ਲੋਕ ਫਿਰ ਮੂਸਾ ਦੇ ਕੋਲ ਆਏ। ਮੂਸਾ ਦੇ ਕੋਲ ਆ ਕੇ ਮਾਫੀ ਮੰਗਣ ਲੱਗੇ ਕਿ ਅਸੀਂ ਤੇਰੇ ਖਿਲਾਫ ਪਾਪ ਕੀਤਾ। ਤੇ ਮੂਸਾ ਨੇ ਜਦੋਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ, ਜਦੋਂ ਮੂਸਾ ਨੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕੀਤੀ, ਪਰਮੇਸ਼ਰ ਨੇ ਮੂਸਾ ਨੂੰ ਇੱਕ ਗੱਲ ਦੱਸੀ, ਤੂੰ ਇੱਕ ਤੇਜ ਵਿਸ਼ ਵਾਲੇ ਸੱਪ ਦੀ ਪ੍ਰਤਿਮਾ ਬਣਾ, ਪਿੱਤਲ ਦੀ ਇੱਕ ਮੂਰਤੀ ਬਣਾ, ਪ੍ਰਤਿਮਾ ਬਣਾ ਤੇ ਉਹਨੂੰ ਖੰਭੇ ਤੇ ਲਟਕਾ ਦੇ। ਤੇ ਸੱਪ ਦਾ ਦੱਸਿਆ ਹੋਇਆ ਕੋਈ ਵੀ ਇਨਸਾਨ ਜਦੋਂ ਕਿ ਉਸ ਖੰਭੇ ਤੇ ਲਟਕੇ ਹੋਏ ਪਿੱਤਲ ਦੇ ਸੱਪ ਨੂੰ ਦੇਖੇਗਾ ਤੇ ਉਹ ਜਿੰਦਾ ਹੋ ਜਾਵੇਗਾ, ਬਚ ਜਾਵੇਗਾ। ਮੂਸਾ ਨੇ ਪਰਮੇਸ਼ਰ ਦੇ ਕਹੇ ਅਨੁਸਾਰ ਕੀਤਾ, ਇੱਕ ਪਿੱਤਲ ਦੇ ਸੱਪ ਨੂੰ ਬਣਾਇਆ ਤੇ ਤੇਜ ਵਿਸ਼ ਵਾਲੇ ਸੱਪ ਨੂੰ ਬਣਾਇਆ, ਉਹਨੂੰ ਖੰਭੇ ਤੇ ਲਟਕਾ ਦਿੱਤਾ। ਜਿੰਨੇ ਇਜ਼ਰਾਈਲੀ ਲੋਕ ਦੇਖਦੇ ਸੀ ਉਹ ਠੀਕ ਹੋ ਜਾਂਦੇ ਤੇ ਕਿੰਨੇ ਲੋਕ ਉੱਥੇ ਮਰ ਵੀ ਗਏ। यानी कि परमेश्वर के खिलाफ बोलना, परमेश्वर के सेवकों के खिलाफ बिना मतलब तो बुड़बुड़ाना भी पाप है। कितने लोग खामखा अपने ऊपर बीमारी जड़ी है मोल ले रहे हैं। याद रखना, सच्चे अभिषेक सेवकों के खिलाफ बोलना परमेश्वर के खिलाफ बोलना। समाज विच, देश विच कितने चंगे चंगे अभिषेक सेवक भी रहते हैं। मैं सारे के बारे नहीं कहता, पर बहुत सारे अभिषेक सेवक भी हैं। इसलिए अपनी संगतों से सिखाने कि कभी भी परमेश्वर के अभिषेक सेवकों के खिलाफ ना बोलो। ऐसा तो पता नहीं लगेगा, अनजाने में बोलेंगे नाल तुहाडे ऊपर बीमारी आ जाएगी। सेवकों लिए प्रार्थना करो ना तो आशीर्वाद लो, यह परमेश्वर को चंगा लगता। ਜਦੋਂ ਅਸੀਂ ਗਿਣਤੀ 25 ਅਧਿਆਇ ਦੀ ਪਹਿਲੀ ਆਇਤ ਤੋਂ ਦੇਖਦੇ ਹਾਂ, ਇਜ਼ਰਾਈਲੀ ਲੋਕਾਂ ਨੇ ਜਦੋਂ ਬਾਲਪੁਰ
देवता की पूजा की। इजराइली लोग मोआबी लड़कियों के नाल जदों कुकर्म करन लग पे, कुकर्म करन लग पे ते लड़कियां बोले तुसीं साडे बाल देवता की पूजा करो। ते इजराइली लोग उन्हां दे पिछे, लड़कियां दे पिछे लगे उन्हां दे बालपुर देवता की भगती पूजा करन लग पे। देखो, एक तो इजराइली लोगों ने व्यभिचार किया, परमेश्वर नूं चंगा नहीं। दूसरा, उस लड़कियां दे पिछे लगे उन्हां दे देवता की पूजा करन लग पे, यह भी परमेश्वर नूं चंगा नहीं लगेगा। गिनती 25 अध्याय पहली आयत तो लेके 9 आयत तक साफ लिखा है, उन्हां दे विच तकड़ी महामारी फैल गई और ऐसा लिखा कि 1 नहीं 10 नहीं 20 नहीं 25,000 लोग ऐसा मर गए। 25,000 लोग मर गए। सो परमेश्वर के लोगों को सानू की करना चाहिए? अन्य जाति लोगों ने सारे उन्होंने कम्मां में समझौता नहीं करना चाहिए। मेरे कहने का मतलब यह नहीं कि उन्होंने नाल संबंध ना रखो। मेरे कहने का मतलब यह नहीं कि उन्होंने संबंध ना रखो। तुसी समाज विच रहना है, काम करना है, ड्यूटी करनी, बिजनेस करना है, उन्होंने संबंध ना रखो, पर उन्होंने को संबंध उन्होंने रखो जिन्ना को वचन आ गया दे। जेकर अन्य जाति लोगों ने रिश्ते बनाने, यह परमेश्वर को बिल्कुल चंगा नहीं लगता। ते परमेश्वर तुहानू बख्शेगा नहीं। कोई भी मेरे वचन, मेरी इस गल नूं सुन रहा है, कोई भी जेकर अन्य जाति ने इदा रिश्ते बनाता है, रिश्ते जोड़ता है, वचन ने साफ लिखे कि अविश्वासी ना समान जुए विच ना जुड़ो। इसलिए आप अपनी संगति के नाल कदे भी इस गल्ला ना समझौता नहीं करना। जब इदा दा पाप गलती करते हो, परमेश्वर नूं बड़ा गुस्सा लगता है। कोई भी महामारी तुहाडे जीवन च, परिवार च फैल सकती है। तो सानू अन्य जाति लोगों ने एक सीमित विच रिलेशन रखना चाहिए, सिर्फ उन्हां को जिन्हां को परमेश्वर का वचन सिखाता है। मैं ये नहीं कहता कि उन्होंने नफरत करो, उनके खिलाफ बोलो, वो भी तो साडे भाई बहन, उन्होंने प्रार्थना करो, उन्होंने कोई मदद कर सकते मदद करो, उन्होंने कोई जरूरत पूरी कर सकते जरूरत पूरी करो। हालेलुया। जब असी 2 शमूएल 12 अध्याय 15 आयत तो देखिए, 15 तो लेके 23 जब दाऊद ने अपने सेनापति हित्ती उरिया नूं धोखे दे नाल मरवा दिता ताकि उसकी पत्नी नूं अपनी पत्नी बना लवे। जब दाऊद ने हित्ती उरिया नूं मरवा के उसकी पत्नी नूं अपनी पत्नी कर लिया, परमेश्वर तो सब कुछ देख लिया, परमेश्वर नूं बिल्कुल चंगा नहीं लगा। अगे जाके की होया, जब हित्ती उरिया की पत्नी ने उसने अपनी पत्नी बना लिया, उसको जो बच्चा पैदा होया तो वो बीमार पै गया, यानी कि उसके ऊपर बीमारी का श्राप आ गया। बेशक दाऊद ने बड़ी प्रार्थना की, रोजे रखे, पर वो बच्चा लिखा बचिया नहीं, वो मर गया। याद रखो, पाप दे नाल जड़ी बीमारी आएगी और जल्दी जल्दी प्रार्थना रोजे दे नाल ठीक नहीं होगी। पाप दे कारण अगर तुहाडे जीवन च, परिवार च कोई बीमारी आए, उस समय बीमारी दी चंगाई लिए प्रार्थना करो, परमेश्वर सुनेगा नहीं। वचन च लिखा है परमेश्वर पापियां दी नहीं सुनता। सो दाऊद ने रोजे रखे, प्रार्थना की, फिर भी परमेश्वर ने सुनी। सो उसका बच्चा मचा नहीं। जो साडे जीवन चरित्र का पाप बनिया रहता है, इसलिए बार बार सिखाने, गंदी नजर पाना, गंदा सोचना, गंदा करना पूरा पाप है। ते तुहाडी गलती तुहाडी संतान उत्ते भी जाएगी, या तुहाडे उत्ते महामारी आई है, तुहाडी संतान उत्ते आएगी। देखो, दाऊद ने गलती की, उनकी संतान ते। सो जेकर घर विच कोई एक जन भी पाप कर रहे हो, उसकी गलती की सजा जड़ी है पूरे परिवार ते आ सकती है। इसलिए बार बार दसे जाते कि अपने परिवार के जन चेक करो, करिया करो कि कोई व्यभिचार तो नहीं कर रहा। अपने
बच्चों लिए कई लोग सोचते हैं कि चलो बच्चा है, बच्चा कर रहा करन दियो, पर याद रखो जे बच्चा तुहाडा है, तुहाडे घर विच रहिंदा ते पाप दी सज़ा तुहाडे उत्ते भी आ सकदी। किन्ने घरां विच बच्चों दी व्यभिचार दी सज़ा जिन्हां उन्हां दे मां-बाप उत्ते आती है। किन्ने देखे जांदे मां-बाप बड़े शरीफ होंदे ने पर फिर भी वो बीमार पए रहंदे ने, उन्हां उत्ते किन्ना किन्ना पैसा लगदा। जदों गहराई दे नाल देखिया जावे ते उन्हां दे बच्चों विच पाप हुंदा, उन्हां दे बच्चों दा कई बार करैक्टर ठीक नहीं होंदा। सो माता पिता खुद भी चेक करें, बच्चों भी चेक करें। बीमारी दी इन्नी हिम्मत नहीं कि तुहानूं छू जाए। जेकर तुहाडे जीवन च घर च पाप बनिया है, तुहाडे घर च बीमारी आने तो कोई रोक नहीं पाएगा। जदों असीं दूसरा शमूएल 24 अध्याय दी 10 आयत देखते हैं, दाऊद ने जदों प्रजा की गिनती करवाई, परमेश्वर तो उन्हें आज्ञा तो लिती नहीं, उसका मन जड़ा व्याकुल हो गया, उसने परमेश्वर तो माफी मंगी, परमेश्वर चंगा तो नहीं लग्या। ते दाऊद ने जदों ऐदा किया, परमेश्वर ने उन्हें तो गुस्सा होकर इजराइली लोकां च महामारी फैलाई। ते वचन में साफ लिखे कि 70,000 लोग उस बीमारी के नाल, महामारी के नाल मर गए। कई बार किसी देश का, किसी समाज का हेड जो कोई पाप करता है, या किसी घर का हेड कोई पाप करता है, उसकी सजा उनकी प्रजा उत्ते भी आ सकती। देखो दाऊद ने गलती की, पर परमेश्वर ने जी कि उनकी सजा इजराइली लोगों उत्ते पा दी। तो लिखा 70,000 लोग मर गए। इन्हें सानू शिक्षा की मिलती है, सानू परमेश्वर के खिलाफ जाके कोई भी काम नहीं करना। कोशिश करे करो सारे काम परमेश्वर तो पूछ के करे। जेकर तुहाडे तुसीं सीधे कोई काम नहीं तुहानूं देख पाते, तुहाडे कोल परमेश्वर के सेवक तो है ना। जेकर परमेश्वर तुहाडे कोल सीधा गलबात तुहाडे नाल नहीं करदा, तो अपने सेवका तो सलाह लो, तुहाडे सेवक तुहानूं सलाह दे। तुहाडे कोल परमेश्वर का वचन भी तो है ना, तुसीं वचन विचों पढ़ो, वचन विचों सीखो, वचन तो सलाह लो। परमेश्वर ने कितनी तुहाडे लई सुविधा दी हुई है, तो सानू इस तरीके के पाप तो भी बचना चाहिए। जदों नए नियम विच यूहन्ना 5 अध्याय दी पहली आयत असीं देखीए, जद प्रभु यीशु मसीह ने 38 साल के रोगी जिहड़ा बैतसैदा कुंड विच सी उसनूं चंगा कर दिता, ओनूं की किया पता, ओनूं की किया, हुण तां तू ठीक हो गया, फिर तो पाप ना कर। यानी कि प्रभु यीशु मसीह ने कहना मतलब तेरे विच जिहड़ी 38 साल तो बीमारी सी, तेरे पाप की वजह नाल हुण तां तैनूं मैं चंगा कर दिता, अगों दी पाप ना। यानी कि पाप की वजह दे नाल बीमारी आई। सो साडे विच कितनी बीमारी जिहड़ी गुप्त पाप की वजह दे नाल भी आई। सो सानू किसी भी इदां दे पाप तो जिहड़ा कि बचना चाहिए। मैं तो हफ्ते च एक रोजा भी रखता, मैं तो ऑनलाइन वर्शिप भी अटेंड करता, मैं तो अपना दसवांश कभी मिस नहीं करता, मैं जिमें तो कोई पाप नहीं, मैं तो किसी लिए कोई गलत नहीं। यानी कि जिन्ने पाप मैं पहला दसे उहदे च तुसीं सोचदे मेरे अंदर कोई पाप नहीं, कई बार फिर भी तुहाडे जीवन च बीमारी आ सकती है। ते लिखा है कि जे उस तरीके नाल बीमारी आएगी तो परमेश्वर की महिमा दे लिए आएगी। ते इस तरह की बीमारी जिहड़ी है परमेश्वर के धर्मी लोकां उत्ते भी आ सकती है। अस देखिए किन्ने किन्ने चंगे चंगे विश्वासी जिहड़े परमेश्वर दे नाल खुदावंद दे नाल बिल्कुल सही चलते हैं, फिर भी उन्हां ते बीमारी आ जाती है। ते किन्ने किन्ने परमेश्वर के सेवक जो परमेश्वर दे नाल खुदावंद दे नाल बहुत चंगे, परमेश्वर की महिमा होवे। देखो अय्यूब 2 अध्याय दी 7 आयत च लिखिया, अय्यूब ने परमेश्वर ने फोड़न द्वारा पीड़ित कर। यानी कि परमेश्वर ने अय्यूब के जीवन बारे शैतान को आज्ञा दी, शैतान को इजाजत दी, जा तू जाके परख ले,
पर उसके प्राण ਨੂੰ हथ नहीं लगाया। शैतान ने जाके फोड़ियां दे नाल अयूब ਨੂੰ पीड़ित किया। बेशक उसकी पत्नी का विश्वास तो गिर गया। पत्नी ने जो देखा मेरे बेटे बेटे की डेथ हो गई, मेरा पति फोड़े फिंसिया ना पड़ गया, उसका तो विश्वास गिर गया। वो अपने पति ने की किया, छड्ड दे परमेश्वर अपने नूं हुण तां। देख तेरा कितना नुकसान हो गया। पर अयूब का विश्वास पक्का सी, और परमेश्वर का पक्का भगत सी। उन्हें की किया, अपनी पत्नी ने गुस्सा होंदे की किया, तू किद्दां दी मूर्ख औरत दी तरह गल्लां करदी है कि जिंदे तो असीं सुख लेने दुख ना लईए। वचन विच लिखिया कि साफ लिखिया कि अयूब ने इन्हां गल्लां दे बावजूद भी परमेश्वर के खिलाफ कुछ नहीं बोले। जेकर वो परमेश्वर दे नाल वफादार बनिया गया। वचन विच लिखिया अयूब 42 अध्याय दी 7 आयत एंड विच परमेश्वर दी वफादारी नूं देख के दुगनी बरकत दित्ती। जिन्नी परमों दे बच्चों की डेथ हुई सी परमेश्वर ने दुगना करके दिता। जिन्हें पशुओं की डेथ हुई सी दुगने करके दिते, और परमेश्वर ने उसनों बड़ी बरकत दी। यानी कि इस तरीके की बीमारी परमेश्वर की महिमा दे लई हुंदी है। जदों असीं नए नियम विच यूहन्ना की किताब 9 अध्याय दी पहली आयत देखदी हां, एक किसी घर विच जदों बच्चा पैदा होया, जन्म तो अंधा पैदा होया, चेलियां ने प्रभु यीशु नूं की पुछया कि प्रभु यीशु जिहड़ा कि जन्म तो अंधा पैदा होया, ਇਹ किस लिए पैदा अंधा होया कि इसने पाप किया या इहने माता पिता ने किया? प्रभु यीशु ने उन्होंने की उत्तर दिया, ना तो इस बच्चे ने पाप किया, ना इस बच्चे ने माता पिता ने किया, बल्कि ये इसलिए अंधा पैदा होया कि इनके द्वारा खुदावंद दी महिमा हो। यानी कि प्रभु यीशु ने कहना मतलब कि जदों मैं चंगा करांगा तो इनके द्वारा खुदावंद दी महिमा होगी। अगे जाके जो प्रभु यीशु ने चंगा कर सारे लोगों का विश्वास बढ़े, सो चारों तरफ परमेश्वर की महिमा है। कई बार परमेश्वर के लोगों परमेश्वर तुहाडे ते इसलिए बीमारी आन देता है जेकर तुहाडे अंदर कोई पाप नहीं, कोई गलती नहीं, जेकर तुसीं परमेश्वर की किसी आज्ञा नूं तोड़दे नहीं, जे तुसीं परमेश्वर दे नाल वफादारी नाल रहंदे, फिर भी जे बीमारी आंदी है समझ लो कुछ समय बाद अपने आप ठीक हो जाएगी। सिर्फ इस दशा भी तुहानूं प्रार्थना करनी, विश्वास विच मजबूत रहना चाहिए ते परमेश्वर वल तकदे रहना चाहिए, परमेश्वर उत्ते भरोसा रखना। परमेश्वर समा आन ते सब कुछ वधिया करना। पर जड़ी बीमारी पाप की वजह नाल, जब तक उस पाप नूं छड्डोगे नहीं बीमारी जाएगी। जिन्नी मर्जी दुआ करो, जिन्नी मर्जी दुआ करवा लो, किन्ने लोग कदे पाप तो छड्डदे नहीं, इधर दुआ करा लो उधर दुआ करा लो, ये भी लाइव मैसेज सुन लो, वो भी लाइव मैसेज सुन लो, उधर तो भी प्रार्थना करा लो उधर तो भी करवा लो। जब तक तुसीं पाप नहीं छड्डोगे तुहाडी दुआ सुनी नहीं जाएगी। जिन्नियां मर्जी दुआवां करा लो, जिन्ने मर्जी रोजे रहो, क्योंकि जब तक तुहाडे जीवन पाप बनिया रहिंदा है तुहाडे नाल बीमारी बनी रहेगी। हालेलुया। हुण बीमारी तो बचण दे उपाय हुंदे, रीजन कुछ मैं तुहानूं दसदा वां, यानी कि चंगाई पाउण दे तरीके। देखो पहला तरीका की है, परमेश्वर के वचन दे चलन ते चंगाई आती है। जब तुसी परमेश्वर के वचन दे चलोगे नहीं, तुसी चंगाई की उम्मीद ना करो, तो हो सकता है परमेश्वर तुहाडे विश्वास नूं वधाउण लई तुहानूं चंगा कर दे। जिवें 12 साल की रोगी स्त्री प्रभु के वचनां ते तां चलदी नहीं सी, पर उसके विश्वास नूं देख के परमेश्वर नूं चंगा कर दिया। पर जो अगे भी वचनां ते नहीं चलेगी, परमेश्वर नूं चंगा अगे नहीं करेगा। जेकर निर्गमन 15 अध्याय दी 26 आयत नूं असीं पढ़ीए, निर्गमन 15 अध्याय दी 26 आयत,
निर्गमन 15:26 आयत, यदि तो अपने परमेश्वर यहोवा का वचन तन मन से सुने और जो उसकी दृष्टि में ठीक है वही करे और उसकी आज्ञाओं पर कान लगाए और उसकी सब विधियों को माने, तो जितने रोग मैंने मिस्रियों पर भेजे हैं उनमें से एक भी तुझ पर ना भेजूंगा, क्योंकि मैं तुम्हारा चंगा करने वाला परमेश्वर हूं। देखो परमेश्वर ने ते वायदा किया, जे तू मेरी आज्ञाओं ਨੂੰ ਮੰਨੇਗਾ, जे तू मेरी विधिया का पालन करेगा, जे तू मेरे वचना ते चले, जिन्ने भी रोग मैं मिस्त्रियां ते भेजे सी ਤੁਹਾਡੇ ਤੇ कोई ना भेजूंगा। परमेश्वर कहता मैं ਤੁਹਾਡਾ चंगा करने वाला परमेश्वर हूं। अगर व्यवस्था विवरण 23 अध्याय निर्गमन 23 अध्याय उनकी 25 से 26 देखिए, तो अपने परमेश्वर यहोवा की उपासना करना, तब वह तेरे अन्न जल पर आशीष देगा और तेरे बीच में से रोग दूर करेगा। तेरे देश में ना तो किसी का गर्भ गिरेगा और ना कोई बांझ होगी। मैं तेरी आयु मैं पूरी करूंगा। देखो परमेश्वर साफ कहते हैं, जेकर तुसी परमेश्वर की उपासना करो, उसके वचनों की पालना करो, ते तेरे विचों मैं रोग ਨੂੰ दूर कर दूं। जितना वचन का पालन करते जाओ उन्नी बीमारी ਜਿਹੜੀ एक दूर होती जाए। लिखिया तेरे विचों किसी का गर्भ नहीं गिरेगा ते परमेश्वर चंगा करेगा। चलो ਅਸੀਂ भजन संहिता 107 अध्याय उनकी 20 आयत ਨੂੰ देखिए, वह अपने वचन के द्वारा उनको चंगा करता और जिस गड्ढे में वे पड़े हैं उससे निकालता है। देखो ਜਦੋਂ ਤੁਹਾਡੇ ਕੋਲ वचन आंदा है, जब ਤੁਸੀਂ सेवका द्वारा वचन सुनते हो ਉਹਨੂੰ बड़े विश्वास ਦੇ ਨਾਲ सुनो। जब वचन ਨੂੰ विश्वास ਦੇ ਨਾਲ पढ़ते हो, जब विश्वास ਨਾਲ वचन ਤੇ चलते हो, तो लिखिया कि वो अपना वचन घल के चंगा करता है। दूसरा बड़े मजबूत विश्वास ਦੇ ਨਾਲ भी चंगाई आती है, जिवें कि मरकुस 5 अध्याय ਵਿੱਚ लिखा, 12 साल की रोगी स्त्री ने मजबूत विश्वास के द्वारा चंगाई पाई। ਜਦੋਂ ਤੋਂ ਅਸੀਂ ਤੁਹਾਨੂੰ ਪਰਮੇਸ਼ਰ ਦੇ ਪ੍ਰਤੀ ਉਹਦੇ ਵਚਨਾਂ ਦੇ ਪ੍ਰਤੀ ਮਜ਼ਬੂਤ ਵਿਸ਼ਵਾਸ ਹੋਵੇਗਾ, ਉਹਦੇ ਸੇਵਕਾਂ ਦੇ ਪ੍ਰਤੀ ਉਹਦੇ ਸਾਮਰਥ ਦੇ ਪ੍ਰਤੀ ਤਕੜਾ ਵਿਸ਼ਵਾਸ ਹੋਵੇਗਾ, ਤੇ ਉਹ ਮਜ਼ਬੂਤ ਵਿਸ਼ਵਾਸ ਵੀ ਤੁਹਾਡੇ ਲਈ ਚੰਗਾਈ ਲੈ ਕੇ ਆਵੇਗਾ। ਇੱਕ ਹੋਰ ਜਦੋਂ ਸੇਵਕ ਲੋਕ ਤੇਲ ਮਲ ਕੇ ਪ੍ਰਾਰਥਨਾ ਕਰਦੇ ਨੇ ਤਾਂ ਵੀ ਚੰਗਾਈ ਆਉਂਦੀ ਹੈ। जेकर ਅਸੀਂ याकूब 5 अध्याय 14 से 15 ਵਿੱਚ देखिए, यदि तुम में से कोई रोगी है तो कलीसिया के प्राचीनों को बुलाए और वे प्रभु के नाम से उस पर तेल मलकर उसके लिए प्रार्थना करें और विश्वास की प्रार्थना के द्वारा रोगी बच जाएगा। देखो जे ਤੁਹਾਡੇ ਵਿੱਚੋਂ ਕੋਈ ਰੋਗੀ ਹੋਵੇ, ਕਲੀਸਿया ਦੇ ਪ੍ਰਾਚੀਨਾਂ ਨੂੰ ਬੁਲਾਓ, ਉਹਨਾਂ ਲਈ ਤੇਲ ਮਲ ਕੇ ਪ੍ਰਾਰਥਨਾ ਕਰਨਗੇ, ਤੇ ਲਿਖਿਆ ਵਿਸ਼ਵਾਸ ਦੀ ਪ੍ਰਾਰਥਨਾ ਦੇ ਨਾਲ ਰੋਗੀ ਚੰਗਾ ਹੋ ਜਾਵੇਗਾ। ਜਦੋਂ परमेश्वर के अभिषेक सेवक तेल मल के प्रार्थना करते हैं ਤਾਂ ਵੀ ਚੰਗਾਈ ਆਉਂਦੀ ਹੈ। ਤੇ ਮਰकुस ਅੱਗੇ ਕਿਤਾਬ ਵਿੱਚ ਲਿਖਿਆ ਹੈ, ਮਰकुस 6:13 ਵਿੱਚ ਵੀ ਲਿਖਿਆ ਹੈ, ਚੇਲਿਆਂ ਨੇ ਜਦੋਂ ਬਿਮਾਰਾਂ ਤੇ ਪ੍ਰਾਰਥਨਾ ਤੇਲ ਲਗਾ ਕੇ ਕੀਤੀ ਤਾਂ ਵੀ ਲੋਕਾਂ ਨੂੰ ਚੰਗਾਈ ਮਿਲੀ। एक है सिर ते हाथ रखने ਦੇ ਨਾਲ, यानी कि परमेश्वर ने विश्वासी लोग लिखा हुआ है, ਜਿਹੜੇ कि मरकुस 16 ਦੇ 18 आयत ਵਿੱਚ लिखे कि वो बीमारां ते हथ रखणगे ते बीमार लोग चंगाई पाणगे। पर जब तक तुसी तकड़े प्रभु दे विश्वास विच नहीं चलते, जब तक तुसी तकड़े उनदे विच विश्वास विच नहीं चलते, तब तक तुहानूं किसी दे सिर ते हाथ नहीं रखना चाहिए। किन्ने लोग खुद तो ठीक नहीं चलते, उन्हां दे जीवन च किते ना किते पाप हुंदा, गलती हुंदी है, उन्हां दे जीवन च किते ना किते भगती दी कमी हुंदी है, यानी कि पाप उन्हां दे जीवन च है। ये तो फिर भी हाथ रख के प्रार्थना करो ते तुहाडे ते श्राप आ सकदा है। एक और सेवका दी आज्ञा अनुसार चलण दे नाल, जदों ਅਸੀਂ दूसरा राजा 5 अध्याय ਵਿੱਚ पढ़दे हां, नमान कोड़ी जदों अलीशा दे कोल गया, अलीशा दे द्वार ते जाके खड़ा हो गया, अलीशा ने कहा कि या जर्दन नदी जाके 7 बार डुबकी लगा ले। पहला तो बुरा मन के वापस अपने देश वाल चल गया, फिर उनके कर्मचारियों ने समझाया, फिर वो वापस अलीशा के देश आया।
यरदन नदी में जाके 7 बारी डुबकी लगाई तो उन्हें अपने कोढ़ तो ठीक हो गया। फिर वो एलीशा दे कोल गया, उन्हें फिर क्या कि तेरा परमेश्वर ही सब तो वड्डा परमेश्वर। कई बार सेवक दी आज्ञा दा जदों असीं पालन करदे, सेवक लोग जदों तुहानूं कुछ सलाह दिंदे, जेकर तुसीं बीमार हो बीमारी विच कुछ सलाह दिंदे तो समझो परमेश्वर दे वल्लों दिंदे ने। ते जदों असीं उस सलाह नूं मंनदे आ ते फिर तुहाडे ते चंगाई आएगी। अगे परमेश्वर बुद्धिमानां दे बोलण दे नाल भी चंगाई दिंदा। जदों तुसीं बुद्धिमानां दे शब्द ही सुनदे हो, जेकर नीति वचन 12 अध्याय दी 18 आयत विच देखिए, ऐसे लोग हैं जिनका बिना सोच विचार का बोलना तलवार के समान चुभता है, परंतु बुद्धिमान के बोलने से लोग चंगे होते हैं। देखो वचन में साफ लिखा है, बुद्धिमान दे बोलण दे नाल लोग चंगे होते हैं। इसलिए बुद्धिमान लोगों की गल्लां सुनिया करो, बुद्धिमान सेवकां दी गल्लां सुनिया करो। आपके बुद्धिमान जिहड़े कि तुहाडे माँ बाप प्रभु दा डर मनण वाले भी नहीं, तुहाडे भरा भैन भी बुद्धिमान हो सकते, तुहाडे पड़ोस विच गली मोहल्ले विच कोई बुद्धिमान हो सकता है जिहड़ा खुदा दा डर मनदे। उन्हां दे बोलण दे नाल भी लिखे लोग चंगे हुंदे ने। जदों असीं यशाया 58 अध्याय च देखदे हां, लिखिया उपवास रखण दे नाल भी चंगाई आंदी है। जदों असीं नीति वचन 3 अध्याय दी 7-8 आयत विच देखदे हां, उत्थे भी एक चंगाई दा फार्मूला दिता गया है। नीति वचन 3 अध्याय 7-8, अपनी दृष्टि में बुद्धिमान ना होना। देखो पहली टैबलेट तुहानू की लेनी है, अपनी निगाह दे विच अपनी अखां विच बुद्धिमान नहीं होना। दूसरा यहोवा का भय मानना। दूसरी दवाई कि तुहानू खुदावंद दा डर मनना और बुराई से अलग रहना ते बुराई तो दूर रहना। ये 3 दवाइयां जो तुसीं लेंदे हो, यानी कि 3 पॉइंटां ते तुसीं चलदे हो। ऐसा करने से तेरा शरीर भला चंगा और तेरी हड्डियां पुष्ट रहेंगी। जब तू ऐसा करेगा 3 पॉइंटां ते चलेगा, तेरा शरीर भला चंगा रहेगा ते तेरी बुद्धि जिहड़ी हष्ट पुष्ट रहेगी। हालेलुया। कई लोगों दे कोल चंगाई दा वरदान भी हुंदा है। कितने लोगों दे कोल जदों चंगाई दा वरदान हुंदा है, जदों तुसीं उन्हां कोल प्रार्थना करवांदे हो तां भी तुहानूं चंगाई मिलदी है। जिवें कि पहला ग्रंथियो 12 अध्याय च लिखिआ है, ਉਹਦੇ ਚ ਇੱਕ ਚੰਗਾਈ ਦਾ ਇੱਕ ਵਰਦਾਨ ਵੀ ਹੁੰਦਾ, ਯਾਨੀ ਕਿ ਵਚਨ ਚ ਪਰਮੇਸ਼ਰ ਜਿਹੜੀ ਚੰਗਾਈ ਦਿੱਤੀ ਉਹ ਵੀ ਅਲੱਗ-ਅਲੱਗ ਢੰਗ ਨਾਲ ਦਿੱਤੀ। ਪ੍ਰੇਰਿਤ ਦੇ ਕੰਮ ਜਦੋਂ ਅਸੀਂ ਪੜ੍ਹਦੇ ਹਾਂ ਕਿ ਪੌਲਸ ਦੇ ਉੱਪਰ ਲੋਕ ਰੁਮਾਲ ਛੁਲਵਾ ਕੇ ਬਿਮਾਰਾਂ ਉੱਤੇ ਸੱਟ ਦਿੰਦੇ ਸੀ, ਤੇ ਰੁਮਾਲ ਛੁਲਵਾ ਕੇ ਜਦੋਂ ਪੌਲਸ ਤੋਂ ਬਿਮਾਰਾਂ ਉੱਤੇ ਸੱਟ ਦਿੰਦੇ ਸੀ, ਦੇਖਿਆ ਬਿਮਾਰ ਚੰਗੇ ਹੋ ਜਾਂਦੇ ਸੀ। ਤੇ ਪੌਲਸ ਨੇ ਜਦੋਂ ਪਹਿਲਾਂ ਆਪਣੇ ਤਿਮੋਥੀਸ ਵਿੱਚ ਜਦੋਂ ਆਪਣੇ ਬੇਟੇ ਤਿਮੋਥੀ ਨੂੰ ਸਲਾਹ ਦਿੱਤੀ ਕਿ ਆਪਣੇ ਪੇਟ ਦੇ ਖਰਾਬ ਹੋਣ ਦੇ ਨਾਲ ਨਾਲ ਤੂੰ ਦਾਖਰਸ ਵੀ ਥੋੜਾ ਕੰਮ ਵਿੱਚ ਲਿਆ ਕਰ, ਤਾਂ ਉਸਨੇ ਆਪਣੇ ਜਿਹੜੇ ਕਿ ਬਣਾਏ ਗਏ ਪੁੱਤਰ ਸੀ ਉਸ ਨੂੰ ਦਾਖਰਸ ਕੰਮ ਵਿੱਚ ਲਿਆਉਣ ਦੀ ਸਲਾਹ ਦਿੱਤੀ। ਇਹ ਦਾਖਰਸ ਕੋਈ ਅੱਜ ਕੱਲ ਦੀ ਸ਼ਰਾਬ ਨਹੀਂ, ਜਿਵੇਂ ਕਿ ਕਿੰਨੇ ਲੋਕ ਇਹ ਸਮਝ ਕੇ ਅੱਜ ਕੱਲ ਸ਼ਰਾਬ ਨੂੰ ਪੀਂਦੇ ਨੇ। ਅੱਜ ਕੱਲ ਜਿਹੜੀ ਜ਼ਹਿਰੀਲੀ ਇੰਨੀ ਸ਼ਰਾਬ ਹੈ ਜਿਹੜੀ ਸਿਹਤ ਨੂੰ ਖਰਾਬ ਕਰਦੀ ਹੈ, ਉਦਾਂ ਦੀ ਨਹੀਂ ਹੁੰਦੀ। ਇਹ ਦਾਖਰਸ ਪਿਓਰ ਦਾਖਾ ਦਾ ਸੋਗੀ ਦਾ ਰਸ ਹੁੰਦਾ ਹੈ। ਇਹ ਹੋ ਗਏ ਚੰਗਾਈ ਦੇ ਉਪਾਅ, ਯਾਨੀ ਕਿ ਚੰਗਾਈ ਤੁਸੀਂ ਕਿੱਦਾਂ ਪ੍ਰਾਪਤ ਕਰ ਸਕਦੇ ਹੋ। ਜਦੋਂ ਅਸੀਂ ਇਹਨਾਂ ਵਚਨਾਂ ਉੱਤੇ ਚੱਲਾਂਗੇ, वचन में साफ लिखा है कि मनुष्य ਨੂੰ ਗੂੰਗਾ ਬਹਿਰਾ ਅੰਧਾ ਮੈਨੂੰ ਛੱਡ ਕੇ ਕੌਣ ਬਣਾਉਂਦਾ ਹੈ। ਵਿਵਸਥਾ ਵਿਵਸਥਾ ਦੀ ਕਿਤਾਬ ਵਿੱਚ ਲਿਖਿਆ ਕਿ ਮੈਂ ਹੀ ਘਾਇਲ ਕਰਨ ਵਾਲਾ ਤੇ ਮੈਂ ਹੀ ਚੰਗਾ ਕਰਦਾ ਹਾਂ। ਤੇ ਅਯੂਬ 5 ਅਧਿਆਇ ਵਿੱਚ ਲਿਖਿਆ ਕਿ ਉਹੀ ਘਾਇਲ ਕਰਦਾ ਤੇ ਉਹੀ ਚੰਗਾ ਵੀ ਕਰਦਾ ਹੈ। ਹਾਲੇਲੂਇਆ ਹਾਲੇਲੂਇਆ। ਜੇਕਰ ਵਚਨ ਤੇ ਪਰਮੇਸ਼ਰ ਦੇ ਵਚਨਾਂ ਤੇ ਨਹੀਂ ਚੱਲਾਂਗੇ ਤੇ ਜਿੰਨੀ ਮਰਜ਼ੀ ਤਾਕਤ ਦੀ ਚੀਜ਼ਾਂ ਖਾ ਲਓ, ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ, ਜਿੱਥੇ ਮਰਜ਼ੀ ਇਲਾਜ ਕਰਾ ਲਓ, ਤੁਹਾਨੂੰ ਚੰਗਾਈ ਨਹੀਂ ਮਿਲੇਗੀ। ਜੇਕਰ ਟੈਂਪਰੇਰੀ ਚੰਗਾਈ ਮਿਲ ਵੀ ਗਈ ਫਿਰ ਤੋਂ
बीमारी आ जाएगी। ਇਹ ਗੱਲ ਨੂੰ ਧਿਆਨ ਨਾਲ ਸੁਣੋ। ਜਦ ਵੀ ਤੁਹਾਡੇ ਉੱਤੇ ਕੋਈ ਬਿਮਾਰੀ ਆਉਂਦੀ ਹੈ, ਸਭ ਤੋਂ ਪਹਿਲਾਂ ਗਹਿਰਾਈ ਦੇ ਨਾਲ ਇੱਕ ਗੱਲ ਸੋਚਿਆ ਕਰੋ, ਇਹ ਬਿਮਾਰੀ ਮੇਰੀ ਕਿਸੇ ਪਾਪ ਦੀ ਵਜ੍ਹਾ ਦੇ ਨਾਲ ਤਾਂ ਨਹੀਂ, ਮੇਰੇ ਤੋਂ ਕੋਈ ਗਲਤੀ ਤਾਂ ਨਹੀਂ, ਮੇਰੇ ਤੋਂ ਕੋਈ ਪਰਮੇਸ਼ਰ ਦਾ ਵਚਨ ਤਾਂ ਨਹੀਂ ਟੁੱਟਿਆ, ਮੇਰੀ ਪ੍ਰਾਰਥਨਾ ਘੱਟ ਤਾਂ ਨਹੀਂ ਹੋਈ, ਮੇਰਾ ਵਚਨ ਤਾਂ ਨਹੀਂ ਘੱਟ, मैं ऑनलाइन वर्शिप ਜਿਹੜੀ ਮਿਸ ਤਾਂ ਨਹੀਂ ਕਰਦਾ, ਜਾਂ ਮੈਂ ਦਸਵਾਂਸ਼ ਮਿਸ ਤਾਂ ਨਹੀਂ ਕਰਦਾ, ਜਾਂ ਮੈਂ ਪ੍ਰਭੂ ਭੋਜ ਮਿਸ ਤਾਂ ਨਹੀਂ ਕਰਦਾ, ਜਾਂ ਮੇਰੀ ਨਜ਼ਰਾਂ ਵਿੱਚ ਗੰਦਾਪਨ ਤਾਂ ਨਹੀਂ, ਜਾਂ ਮੇਰੀ ਸੁਣਨ ਵਿੱਚ ਬੁਰਾਈ ਤਾਂ ਨਹੀਂ ਆਈ, ਜਾਂ ਮੇਰੀ ਬੋਲਣ ਵਿੱਚ ਬੁਰਾਈ ਤਾਂ ਨਹੀਂ। ਸੋ ਆਪਣੇ ਜੀਵਨ ਚੈੱਕ ਕਰਿਆ ਕਿ ਤੁਹਾਡੇ ਕੋਲ ਕੋਈ ਗਲਤੀ, ਕੋਈ ਪਾਪ ਤਾਂ ਨਹੀਂ। ਜੇਕਰ ਤੁਹਾਨੂੰ ਲੱਗਦਾ ਤੁਹਾਡੇ ਕੋਲ ਕੋਈ ਗਲਤੀ ਹੋ ਗਈ, ਉਸ ਨੂੰ ਇੱਕੋ ਦਮ ਛੱਡ ਦਿਓ, ਇੱਕੋ ਦਮ ਤੋਬਾ ਕਰ ਲਓ, परमेश्वर तो माफी मांग लो। नीति वचन 28 अध्याय ਦੀ 13 साफ लिखी, ਜਿਹੜਾ ਕੋਈ ਆਪਣੇ ਅਪਰਾਧਾਂ ਨੂੰ ਮੰਨ ਲੈਂਦਾ ਤੇ ਛੱਡ ਦਿੰਦਾ, ਉਹਦੇ ਤੇ ਦਇਆ ਕੀਤੀ ਜਾਂਦੀ। ਪਰ ਲਿਖਿਆ ਜਿਹੜਾ ਕੋਈ ਉਸ ਨੂੰ ਬਣਾ ਕੇ ਰੱਖਦਾ, ਉਸ ਨੂੰ ਛੁਪਾ ਕੇ ਰੱਖਦਾ, ਉਸ ਦੇ ਕੰਮ ਜਿਹੜੇ ਸਫਲ ਹੁੰਦੇ। ਪਰ ਤੁਹਾਨੂੰ ਲੱਗਦਾ ਬਿਮਾਰੀ ਆਈ ਹੈ, ਤੁਹਾਡੇ ਜੀਵਨ 'ਚ ਕੋਈ ਗਲਤੀ ਤਾਂ ਹੈ ਨਹੀਂ, ਪਰ ਪਾਪ ਨੂੰ ਛੁਪਾ ਕੇ ਨਹੀਂ ਰੱਖਣਾ। ਜੇਕਰ ਤੁਹਾਨੂੰ ਲੱਗਦਾ ਮੈਂ ਕਿਸੇ ਵੀ ਗੱਲ ਵਿੱਚ ਗਲਤ ਨਹੀਂ, ਮੈਂ ਤਾਂ ਸਾਰੀਆਂ ਗੱਲਾਂ ਵਿੱਚ ਠੀਕ ਚੱਲਦਾ, ਤੇ ਸਮਝ ਲੈਣਾ ਪਰਮੇਸ਼ਰ ਦੀ ਮਹਿਮਾ ਦੇ ਕਾਰਨ ਤੁਹਾਡੇ ਉੱਤੇ ਬਿਮਾਰੀ ਆਈ ਹੈ, ਤੇ ਪਰਮੇਸ਼ਰ ਆਪਣੇ ਆਪ ਹੀ ਕੁਝ ਸਮੇਂ ਦੇ ਬਾਅਦ ਉਸ ਬਿਮਾਰੀ ਨੂੰ ਠੀਕ ਕਰ ਰਿਹਾ ਹੈ। ਜੇਕਰ ਤੁਹਾਡੀ ਬਿਮਾਰੀ ਦੇ ਪਿੱਛੇ ਤੁਹਾਨੂੰ ਕੋਈ ਗਲਤੀ ਲੱਗ ਰਹੀ ਹੈ, ਬਸ ਪ੍ਰਾਰਥਨਾ ਵਿੱਚ ਰਹੋ, ਰੋਜ਼ੇ ਰੱਖੋ, ਪਰਮੇਸ਼ਰ ਦੇ ਸਾਹਮਣੇ ਝੁਕੇ ਰਹੋ। समय आने परमेश्वर सब कुछ ठीक कर देंगे, पर किन्ने लोग की करें, उन्होंने उत्ते भयंकर वड्डियां बीमारियां आ जांदियां, उन्होंने पता भी हुंदा कि वो पाप कर रहे, उन्होंने पता भी हुंदा कि वो प्रार्थना नहीं करते, वचन नहीं पढ़ते, उन्होंने पता भी हुंदा कि असीं रिश्वत लेंदे, उन्होंने पता भी हुंदा कि असीं दसवांश नहीं देंदे। पर कई लोगों को गलती, कई लोगों को पाप पता होने के बावजूद गलती नहीं मानते, उन्होंने अपने मन को कठोर करके जो तुसी पाप का पता भी है फिर भी उसको कबूल नहीं करते, ते आसा राजा की तरह फिर नाश ही हो गया। इसलिए जो तुहानू गलती का पता चल जाता है तो तुरंत अपनी गलती को मान लो। ਤੁਹਾਡੇ ਜੀਵਨ ਸ਼ਰੀਰ 'ਚ ਕੋਈ ਵੀ ਬਿਮਾਰੀ ਆ ਗਈ, ਉਸਨੂੰ ਚੈੱਕ ਕਰ ਲਓ, ਆਪਣੇ ਜੀਵਨ ਨੂੰ ਚੈੱਕ ਕਰੋ। ਦੇਖੋ ਸਾਊਂਡ 'ਚ ਅਸੀਂ ਬੋਲ ਰਹੇ, ਜੇਕਰ ਸਾਊਂਡ ਅਚਾਨਕ ਬੰਦ ਹੋ ਜਾਵੇ ਤਾਂ ਕੀ ਅਸੀਂ ਇਹਦੇ ਕਨੈਕਸ਼ਨ ਨੂੰ ਚੈੱਕ ਨਹੀਂ ਕਰਾਂਗੇ? ਅਸੀਂ ਤੁਰੰਤ ਚੈੱਕ ਕਰਾਂਗੇ। ਜੇਕਰ ਘਰ ਸਾਡੇ ਬਿਜਲੀ ਨਹੀਂ ਆ ਰਹੀ ਤੇ ਪੜੋਸੀ ਜਾ ਰਹੀ ਹੈ, ਕੀ ਅਸੀਂ ਆਪਣੀ ਲਾਈਨ ਨੂੰ ਚੈੱਕ ਨਹੀਂ ਕਰਾਂਗੇ? ਖੰਭੇ ਤੱਕ ਜਾ ਕੇ ਚੈੱਕ ਕਰਾਂਗੇ ਤੇ ਤੁਰੰਤ ਉਸ ਫਾਲਟ ਨੂੰ ਦੂਰ ਕਰਾਂਗੇ। ਉਸੇ ਤਰ੍ਹਾਂ ਜਦ ਤੁਹਾਨੂੰ ਪਤਾ ਚੱਲ ਜਾਵੇ ਕਿ ਮੇਰੀ ਗਲਤੀ ਹੈ ਤੇ ਉਸ ਗਲਤੀ ਨੂੰ ਤੁਰੰਤ ਕਬੂਲ ਕਰ ਲਓ। ਜਦੋਂ ਤੁਸੀਂ ਦੇਖ ਰਹੇ ਹੋ ਪ੍ਰਾਰਥਨਾ ਦੁਆਰਾ, ਰੋਜ਼ੇ ਦੁਆਰਾ ਮੇਰੀ ਬਿਮਾਰੀ ਦੂਰ ਨਹੀਂ ਹੋ ਰਹੀ, ਤਾਂ ਸਮਝ ਲੈਣਾ ਜਦ ਤੁਹਾਡੇ ਜੀਵਨ 'ਚ ਕੋਈ ਨਾ ਕੋਈ ਪਾਪ ਛਿਪਿਆ ਹੋਇਆ, ਉਹਨੂੰ ਚੈੱਕ ਕਰੋ, ਉਹਨੂੰ ਦੂਰ ਕਰੋ। ਜੇ ਫਿਰ ਵੀ ਬਿਮਾਰੀ ਦੂਰ ਨਹੀਂ, ਤੁਹਾਨੂੰ ਲੱਗ ਰਿਹਾ ਕਿ ਜੇਕਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ, ਆਪਣੇ ਸੇਵਕਾਂ ਤੋਂ ਸਲਾਹ ਲਓ, ਤਾਂ ਸਮਝ ਲਓ ਪਰਮੇ ਉਹ ਜਿਹੜੀ ਬਿਮਾਰੀ ਤੁਹਾਡੀ ਆਪਣੀ ਪਰਮੇਸ਼ਰ ਦੀ ਮਹਿਮਾ ਦੇ ਲਈ ਆਈ ਹੈ। ਇਸ ਲਈ ਬਿਮਾਰੀ ਨੂੰ ਤੁਰੰਤ ਚੈੱਕ ਕਰੋ। ਅਦਰਵਾਈਜ਼ ਜਿਹੜੇ ਲੋਕ ਖੁਦਾਵੰਦ ਨਾਲ ਠੀਕ ਚੱਲਦੇ ਨੇ, ਪਰਮੇਸ਼ਰ ਬਿਲਕੁਲ ਨਹੀਂ ਚਾਹੁੰਦਾ ਕਿ ਉਹਨਾਂ ਉੱਤੇ ਬਿਮਾਰੀ ਆਵੇ। ਜੇਕਰ ਬਿਮਾਰੀ ਆਉਂਦੀ ਤੇ ਕੁਝ ਸਮੇਂ ਬਾਅਦ ਠੀਕ ਹੋ ਜਾਂਦੀ, ਪਰ ਪਰਮੇਸ਼ਰ ਆਪਣੀ ਮਹਿਮਾ ਲਈ ਬਿਮਾਰੀ ਪਾਉਂਦਾ ਹੈ। ਤੁਹਾਡੀ ਸਜ਼ਾ ਦੀ ਬਿਮਾਰੀ ਸਮਝ ਲਓ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਆ ਸਕਦੀ ਹੈ। ਜੇਕਰ ਤੁਹਾਡੇ ਪਰਿਵਾਰ 'ਚ ਕੋਈ ਇੱਕ ਜਨ ਵੀ ਪਾਪ ਕਰ ਰਿਹਾ, ਇੱਕ ਜਨ ਵੀ ਵਚਨ ਨੂੰ ਤੋੜ ਰਿਹਾ, ਤਾਂ ਕਿਸੇ ਉੱਤੇ ਵੀ ਬਿਮਾਰੀ ਦੀ ਸਜ਼ਾ ਆ ਸਕਦੀ ਹੈ। ਮੰਨ ਲਓ ਤੁਹਾਡਾ ਮੂੰਹ ਪਾਪ ਕਰ ਰਿਹਾ, ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਸਜ਼ਾ ਆ ਸਕਦੀ ਹੈ। ਪਰਮੇਸ਼ਰ ਤਾਂ ਚਾਹੁੰਦਾ ਕਿ ਉਹਦੇ ਲੋਕ ਚੰਗੇ ਬਣੇ, ਪਰ ਪਰਮੇਸ਼ਰ ਪਾਪ ਨਾਲ ਨਫ਼ਰਤ, ਪਰਮੇਸ਼ਰ ਉਹਨਾਂ ਗੱਲਾਂ ਤੋਂ ਨਫ਼ਰਤ ਕਰਦਾ ਜਿਹੜਾ ਸਥਿ ਪਰਮੇਸ਼ਰ ਦੀ ਆਗਿਆ ਨੂੰ ਟਾਲ ਕੇ ਚੱਲਦੇ ਰਹਿੰਦੇ। ਪਰਮੇਸ਼ਰ ਨੂੰ ਗੱਲ ਚੰਗੀ ਨਹੀਂ ਲੱਗਦੀ। ਇਸ
इस वजह ਨਾਲ ਵੀ ਬਿਮਾਰੀ ਸ਼ਰਾਬ ਬਣ ਕੇ ਤੁਹਾਡੇ ਉੱਤੇ ਆਉਂਦੀ ਹੈ। ਕਿੰਨੇ ਲੋਕ ਦਵਾਈਆਂ ਉੱਤੇ ਕਿੰਨੇ ਨਿਰਭਰ ਹੁੰਦੇ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਕਿ ਦਵਾਈਆਂ ਪਾਪ ਹੈ, ਦਵਾਈਆਂ ਲੈਣਾ ਠੀਕ ਨਹੀਂ। ਪਰ ਦਵਾਈਆਂ ਉੱਤੇ ਉਹਨਾਂ ਕੋ ਨਿਰਭਰ ਹੋ, ਸਭ ਤੋਂ ਜ਼ਿਆਦਾ ਆਪਣੇ ਪਰਮੇਸ਼ਰ ਪ੍ਰਭੂ ਯੀਸ਼ੂ ਉੱਤੇ ਨਿਰਭਰ ਹੋ, ਉਹਦੀ ਪ੍ਰਾਰਥਨਾ ਉੱਤੇ ਨਿਰਭਰ ਹੋ, ਆਪਣੇ ਪਰਮੇਸ਼ਰ ਉੱਤੇ ਭਰੋਸਾ ਕਰੋ। किसी ने एक ने शेयर किया सी, जो बात दवा में नहीं होती वो बात दुआ में होती। जे तुसी चारों तरफ दवाइयां लेके हट चुके हो, 12 साल दी रोगी बारे बाइबल चाहिए तो लिखा हुआ है, उस दे बारे चाहिए तो लिखा है। वो सारे तरफ तो इलाज करके थक चुकी सी, इलाज करा करा के लिखा उनकी बीमारी बढ़ चुकी सी, पर आखिरकार उसने अपना विश्वास प्रभु यीशु ते टिकाया, प्रभु यीशु मसीह दे कपड़ियां नु छुया ते चंगी हो गई। याद रखो, डॉक्टर दी दवाइयां, हॉस्पिटल बहुत कुछ है, पर सारा कुछ नहीं। जेकर सारा कुछ उन्हां उत्ते निर्भर रहंदी ते तुसी गलती करदे सो इसलिए तुहानू पता है अमेरिका दे विच उन्हां दे नोट उत्ते की लिखिया इन गॉड बी ट्रस्ट। उन्हां ते की उन्हां दा कहना मतलब कि असीं खुदावंद परमेश्वर उत्ते विश्वास ते ऐसा सुनिया जांदा कि बहुत साल पहले उन्हां दे दवाइयां दे जिहड़े पत्ते हुंदे सी उनदे उत्ते भी लिखिया हुंदा सी। ਇਹ मैं कंफर्म नहीं कहना, काफी लोग दसदे कि ऐदा लिखिया हुंदा सी। ਉਹਦੇ ਤੇ ਲਿਖਿਆ ਹੁੰਦਾ ਸੀ जीसस इज द ग्रेट हीलर। हालेलुया। डॉक्टर बहुत कुछ तो है, हॉस्पिटल बहुत कुछ तो है, पर सब कुछ नहीं। पर जिन्ना भरोसा तुसी अपने खुदावंद परमेश्वर ते रखो, उन्ने खुदावंद तो आशीषा पाओगे, उन्ने खुदावंद तो बरकत पाओगे। तो खुदावंद चाहता है कि तुसी चंगे बने रहो, खुदावंद चाहता तुसी चंगाई दा जीवो। परमेश्वर ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਜੋ ਤੁਸੀਂ ਬਿਮਾਰ ਹੋ। ਜਿਵੇਂ ਤੁਹਾਡੇ ਮਾਂ-ਬਾਪ ਨੂੰ ਚੰਗਾ ਨਹੀਂ ਲੱਗਦਾ ਕਿ ਤੁਸੀਂ ਬਿਮਾਰੀ ਦੇ ਬਿਸਤਰ ਤੇ ਪਏ ਹੋ, ਤੇ ਤੁਹਾਡੇ ਮਾਂ-ਬਾਪ ਨੂੰ ਚੰਗਾ ਨਹੀਂ ਲੱਗਦਾ ਜੇ ਤੁਸੀਂ ਹਸਪੀਟਲ ਵਿੱਚ ਦਾਖਲ ਹੋ ਜਾਂਦੇ ਹੋ। ਬਿਲਕੁਲ ਵੀ ਚੰਗਾ। ਤੇ ਕੀ ਤੁਹਾਡੇ ਜਿੰਦੇ ਪਰਮੇਸ਼ਰ ਸੱਚੇ ਪਰਮੇਸ਼ਰ ਦਾ ਕਰਕੇ ਚੰਗਾ ਲੱਗਦਾ ਹੈ ਕਿ ਤੁਸੀਂ ਹਸਪੀਟਲ ਵਿੱਚ ਦਾਖਲ ਹੋ, ਤੁਹਾਡਾ ਪੈਸਾ ਏਦਾਂ ਖਰਾਬ ਹੋ? ਬਿਲਕੁਲ ਵੀ परमेश्वर सारे समाज ਨੂੰ ਚੰਗਾ ਦੇ, परमेश्वर सारे देश ਨੂੰ ਚੰਗਾ ਦੇ। परमेश्वर बिल्कुल चंगा नहीं लगता कोरोना वायरस जैसी वड्डियां भयंकर बीमारियां में। पता नहीं ये बीमारी जब तक दूर होएगी कोई दूसरी ना आ जाए। परमेश्वर करे भी कि समाज च पाप जो बढ़े, देश विच दुनिया च ने पाप बढ़े, लोग खुदावन नूं बिल्कुल भुल गए। किन्ने लोग तो खुदावन दे नाम दा विरोध भी कर रहे। तुसी लोग दसो कि जिस परमेश्वर ने सृष्टि की रचना की, अगर लोग खुदावन उनका ही विरोध करेंगे तो की खुदावन नूं चंगा लगेगा? परमेश्वर नूं बिल्कुल भी चंगा नहीं लगेगा कि संसार विच इन्ने लोग मर जाए। पर परमेश्वर ने भी चंगा नहीं लगता कि मेरे रचा गया बनाया गया इंसान पाप करे, मेरे रचे गए लोग मेरी आज्ञा का उल्लंघन करें। इसलिए खुदावन दी आज्ञा का पालन करें, उसके वचनों को पढ़िया, जो कुछ परमेश्वर का वचन करन नूं कहंदा उस नूं करिया, जो कुछ है वचन करन तो रोकदा है उन्होंने रोकिया। जिन्हें इस वचनों से चलोगे खुदावन दी आशीष आएगी, उन्हें बीमारियां दूर रहेंगी। जिन्हें इस वचन को तोड़ोगे उन्हें तुहाडा घर टूटेगा, उन्हें तुहाडा घर तुहाडा शरीर बीमारियां न रहेगा। परमेश्वर चाहता है कि उनके लोग पाप तो रहित करें, उनका देश उनका समाज जो पाप तो दूर रहे, इसलिए पापा तो दूर रहो। परमेश्वर तुहानू बीमारी तो दूर रखे। साडी दुआ है कि परमेश्वर तुहानू सबना नू चंगा भला रखे। इस समय अपनी अखां नू बंद करके सच्ची तौबा करो, पश्चाताप करो। जेकर अज दे वचन द्वारा तुहानू सीखण नू मिलिया कि तुहाडे अंदर कोई गलती है, कोई पाप तुहाडे अंदर है, इस समय तौबा कर लो, इसे कड़ी पश्चाताप कर लो।
ਇਸੇ ਘੜੀ ਮਾਫੀ ਮੰਗ ਲਓ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਵਚਨਾਂ ਨੂੰ ਤੋੜਦੇ ਹੋ, ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਰਮੇਸ਼ਰ ਦੀ ਆਗਿਆ ਨੂੰ ਤੋੜਿਆ ਹੈ, ਹਾਂ ਇਸੇ ਘੜੀ क्षमा ਮੰਗ ਲਓ। ਪ੍ਰਭੂ ਦੇ ਦਾਸ ਹੋਣ ਦੇ ਨਾਤੇ ਤੁਹਾਡੇ ਲਈ ਪ੍ਰਾਰਥਨਾ ਕਰਾਂ। ਹੋ ਸਕਦਾ ਹੈ ਪਰਮੇਸ਼ਰ ਇਸੇ ਘੜੀ ਤੁਹਾਨੂੰ ਚੰਗਾ ਕਰੇ, ਇਸੇ ਘੜੀ ਤੁਹਾਡੇ ਬਿਮਾਰ ਪਰਿਵਾਰ ਚੰਗਾ ਹੀ ਆ ਜਾਵੇ, ਇਸੇ ਘੜੀ ਪਰਮੇਸ਼ਰ ਸ਼ੈਤਾਨ ਦੇ ਸ਼ਰਾਪਾਂ ਨੂੰ ਤੋੜ ਦੇਵੇ, ਇਸੇ ਘੜੀ ਸੱਚੇ ਦਿਲ ਨਾਲ ਤੋਬਾ ਕਰ ਲਓ। ਜਿਸ ਵੀ ਗੱਲ ਤੁਸੀਂ ਕਮਜ਼ੋਰ ਹੋ ਉਸ ਲਈ ਪ੍ਰਾਰਥਨਾ ਕਰੋ। ਖੁਦਾਵੰਦ ਤੁਹਾਡੇ ਬੱਚਿਆਂ ਨੇ ਤੁਹਾਡੇ ਵਚਨ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਹੈ। ਉਹ ਤਾਂ ਪ੍ਰਭੂ ਜੀ ਤੁਹਾਡੇ ਲੋਕ ਤੁਹਾਡੇ ਵਚਨ ਨੂੰ ਸੁਣਨ ਵਾਲੇ ਨਹੀਂ ਬਲਕਿ ਉਸ ਤੇ ਚੱਲਣ ਵਾਲੇ ਬਣ ਜਾਣ। ਦੇਖੋ ਪ੍ਰਭੂ ਜੀ ਕਿੰਨੇ ਸਮਾਜ ਵਿੱਚ ਕਿੰਨੇ ਘਰਾਂ ਵਿੱਚ ਬਿਮਾਰੀਆਂ ਨੇ ਘਰ ਘਰ ਰੱਖਿਆ ਹੈ। ਇੱਕ ਬਿਮਾਰੀ ਜਾਂਦੀ ਦੂਸਰੀ ਆਉਂਦੀ ਪਈ। ਲੋਕਾਂ ਦਾ ਕਿੰਨਾ ਪੈਸਾ ਹਸਪੀਟਲਾਂ 'ਚ ਖਰਾਬ ਹੋ ਗਿਆ ਹੈ। ਕਿਤੇ ਵੀ ਦੇਖ ਲਓ ਛੋਟੇ ਵੱਡੇ ਹਸਪੀਟਲ ਬਿਮਾਰਾਂ ਨਾਲ ਭਰੇ ਹੋਏ ਨੇ। ਅਸੀਂ ਜਾਣਦੇ ਪ੍ਰਭੂ ਜੀ ਤੁਹਾਨੂੰ ਏਦਾਂ ਕਰਕੇ ਚੰਗਾ ਨਹੀਂ ਲੱਗਦਾ, ਪਰ ਤੁਹਾਨੂੰ ਲੋਕਾਂ ਦੇ ਜੀਵਨ 'ਚ ਪਾਪ ਦੇਖ ਕੇ ਵੀ ਚੰਗਾ ਨਹੀਂ ਲੱਗਦਾ। ਅਸੀਂ ਦੇਖਦੇ ਸਮਾਜ ਵਿੱਚ ਦੇਸ਼ ਵਿੱਚ ਪਾਪ ਬਹੁਤ ਵਧੇ ਨੇ। ਲੋਕ ਪਾਪ ਇੰਨਾ ਕਰਦੇ ਕਿ ਲੋਕ ਪ੍ਰਭੂ ਜੀ ਤੁਹਾਡੇ ਕੋਲ ਦੇਖਿਆ ਨਹੀਂ ਜਾਂਦਾ। ਇਸ ਲਈ ਪ੍ਰਭੂ ਜੀ ਤੁਸੀਂ ਗੁੱਸਾ ਹੁੰਦੇ, ਤੁਹਾਨੂੰ ਗੁੱਸਾ ਕਰਕੇ ਲੋਕਾਂ ਤੇ ਚੰਗਾ ਨਹੀਂ ਲੱਗਦਾ। ਇਸ ਲਈ ਸ਼ੈਤਾਨ ਜਿਹੜੇ ਲੋਕਾਂ ਉੱਤੇ ਕਬਜ਼ਾ ਕਰਦਾ। ਇਸ ਲਈ ਘਰ ਘਰ ਵਿੱਚ ਕਿੰਨੀਆਂ ਬਿਮਾਰੀਆਂ ਫੈਲੀਆਂ। ਉਹ ਪਿਤਾ ਪਰਮੇਸ਼ਰ ਕਿੰਨੇ ਲੋਕ ਅੱਜ ਬਿਮਾਰੀ ਨਾਲ ਪੀੜਿਤ ਨੇ। ਹੋ ਸਕਦਾ ਪਰਮੇਸ਼ਰ ਇਸ ਸਮੇਂ ਜੋ ਤੇਰੇ ਲੋਕ ਵਚਨਾਂ ਨੂੰ ਸੁਣਦੇ ਇਹਨਾਂ ਵਿੱਚੋਂ ਕੋਈ ਬਿਮਾਰ ਹੋਵੇ ਪਿਤਾ, ਪਰ ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ ਹੈ। ਪ੍ਰਭੂ ਜੀ ਤੁਹਾਡਾ ਵਚਨ ਕਹਿੰਦਾ ਕਿ ਵਿਸ਼ਵਾਸ ਬਿਨਾ ਉਹਨੂੰ ਖੁਸ਼ ਕਰਨਾ ਨਾ ਹੋਣਾ ਹੈ। ਉਹ ਪਰਮੇਸ਼ਰ ਜੇਕਰ ਕਿਸੇ ਨੇ ਵਿਸ਼ਵਾਸ ਦੇ ਨਾਲ ਵਚਨਾਂ ਨੂੰ ਸੁਣਿਆ, ਜੇਕਰ ਉਹਨਾਂ ਨੇ ਆਪਣੀ ਗਲਤੀ ਨੂੰ ਕਬੂਲ ਕਰ ਲਿਆ, ਆਪਣੇ ਪਾਪਾਂ ਨੂੰ ਕਬੂਲ ਕਰ ਲਿਆ, ਜੇਕਰ ਉਹਨੇ ਸੱਚੇ ਦਿਲ ਦੇ ਨਾਲ ਤੁਹਾਡੇ ਨਾਲ ਚੱਲਣ ਦਾ ਫਜ਼ਲ ਕੀਤਾ, ਜੇਕਰ ਉਹਦੇ ਸਰੀਰ 'ਚ ਫਿਰ ਵੀ ਕੋਈ ਬਿਮਾਰੀ ਬਣੀ ਹੋਈ, ਯਿਸੂ ਮਸੀਹ ਦਾ ਦਾਸ ਹੋਣ ਦੇ ਨਾਤੇ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦੇਣਾ ਕਿ ਉਹਦੇ ਸਰੀਰ 'ਚੋਂ ਬਿਮਾਰੀ ਨਿਕਲੇ। ਸਿਰ ਤੋਂ ਲੈ ਕੇ ਪੈਰ ਦੀ ਤਲੀ ਤੱਕ ਇਸ ਸਰੀਰ ਉੱਤੇ ਬਿਮਾਰੀ ਤੇਰਾ ਕੋਈ ਅਧਿਕਾਰ ਨਹੀਂ। ਇਸੇ ਘੜੀ ਸਿਰ ਤੋਂ ਲੈ ਕੇ ਪੈਰ ਤੱਕ ਸਾਰੀ ਬਿਮਾਰੀਆਂ ਉਸ ਵਿਅਕਤੀ ਦੇ ਜੀਵਨ ਚੋਂ ਨਿਕਲ ਜਾਵੇ ਜਿਨ੍ਹਾਂ ਨੇ ਪਰਮੇਸ਼ਰ ਦੀ ਆਗਿਆ ਤੇ ਚੱਲਣ ਦਾ ਪ੍ਰੋਮਿਸ ਕੀਤਾ ਹੈ, ਜਿਨ੍ਹਾਂ ਨੇ ਆਪਣੇ ਪਾਪ ਨੂੰ ਛੱਡ ਕੇ ਪਰਮੇਸ਼ਰ ਦੇ ਪਿੱਛੇ ਚੱਲਣ ਦਾ ਪ੍ਰੋਮਿਸ ਕੀਤਾ ਹੈ। ਇਸੇ ਘੜੀ ਬਿਮਾਰੀ ਨਾਲ ਸਰੀਰ ਨੂੰ ਛੱਡੇ। ਕੋਈ ਵੀ ਵੱਡੀ ਛੋਟੀ ਬਿਮਾਰੀ ਕਿਉਂ ਨਾ ਹੋਵੇ, ਖੁਦਾ ਯਿਸੂ ਮਸੀਹ ਦੇ ਨਾਮ ਵਿੱਚ ਉਹਨਾਂ ਦੇ ਸਰੀਰਾਂ ਨੂੰ ਛੱਡੇ। ਆਪਣੇ ਲੋਕਾਂ ਉੱਤੇ ਕਿਰਪਾ ਕਰੋ, ਆਪਣੇ ਲੋਕਾਂ ਉੱਤੇ ਦਇਆ ਕਰੋ, ਆਪਣੇ ਲੋਕਾਂ ਨੂੰ ਹੋਰ ਜ਼ਿਆਦਾ ਆਪਣੇ ਵਚਨਾਂ ਦੇ ਚੱਲਣ ਦਾ ਫਜ਼ਲ ਕਰੋ, ਆਪਣੇ ਲੋਕਾਂ ਨੂੰ ਪਵਿੱਤਰ ਆਤਮਾ ਦੀ ਸਾਮਰ ਸ਼ਕਤੀ ਨਾਲ ਭਰੋ। ਜਿਸ ਜਗ੍ਹਾ ਵੀ ਤੇਰੇ ਲੋਕ ਇਸ ਦੇਸ਼ ਦੂਸਰੀ ਦੁਨੀਆ ਵਿੱਚ ਰਹਿੰਦੇ ਨੇ, ਦੇਸ਼ ਵਿੱਚ ਰਹਿੰਦੇ ਨੇ, ਉਹਨਾਂ ਨੂੰ ਸਭ ਨੂੰ ਬਰਕਤ ਦੇ। ਕੈਨੇਡਾ ਦੀ ਸਾਰੀ ਕਲੀਸਿਆ, ਲੁਧਿਆਣਾ ਦੀ ਸਾਰੀ ਕਲੀਸਿਆ ਵਿੱਚ ਸੁਖ ਸ਼ਾਂਤੀ ਬਖਸ਼ੋ। ਪੰਜਾਬ ਦੀ, ਹਿੰਦੁਸਤਾਨ ਦੀ, ਵਰਲਡ ਦੀ ਸਾਰੀ ਕਲੀਸਿਆ ਵਿੱਚ ਸੁਖ ਸ਼ਾਂਤੀ ਦਿਓ। ਸਾਰੇ ਲੁਧਿਆਣਾ ਦੇ, ਪੰਜਾਬ ਦੇ, ਹਿੰਦੁਸਤਾਨ ਦੇ ਸੇਵਕਾਂ ਨੂੰ ਬਹੁਤਾਈ ਨਾਲ ਇਸਤੇਮਾਲ ਕਰੋ ताकि परमेश्वर सब तेरे सेवक पाप तो रहित होकर पवित्रताई का जीवन जिंदे ਤੁਹਾਡੀ ਸੇਵਕਾਈ ਚ ਬਹੁਤਾਈ ਨਾਲ ਇਸਤੇਮਾਲ ਹੋ ਪਾਏ। ताकि पिता परमेश्वर जितने भी तेरे लोग संसार ਵਿੱਚ ਰਹਿੰਦੇ ਉਹਨਾਂ ਨੂੰ ਬਰਕਤ ਮਿਲੇ। ਸਾਰੇ ਸੰਸਾਰ ਵਿੱਚ, ਹਿੰਦੁਸਤਾਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੋਇਆ ਹੈ। ਜਿੱਥੇ ਤੇ ਕੋਰੋਨਾ ਫੈਲ ਰਿਹਾ ਪਿਤਾ ਪਰਮੇਸ਼ਰ ਨੂੰ ਸਭਨਾਂ ਦੇ ਦਇਆ ਕਰਕੇ ਚੰਗਾ ਕਰ ਦਿਓ। एक बार सारी प्रजा उत्ते जिथे जिथे भी रहंदे, चाहे वो किसी भी धर्म जाति च, सबना नूं चंगा कर दिओ। सबना उत्ते खुदावां दे कोरोना वायरस दा कहर नूं खत्म कर दिओ। ओ पिता परमेश्वर दी सच्चाई दे नाल तुहाडे वचनां नूं दस्सिया, अगे भी सच्चाई दे नाल दसांगे। सारी
सारे देश की प्रजा उत्ते, प्रधानमंत्री उत्ते, राष्ट्रपति उत्ते, सारे मंत्रियों उत्ते अपनी कृपा, अपनी बुद्धि बनाए रखो पिता, ताकि सारे बड़े चंगे ढंग नाल इस देश नूं चला पाए पिता। साडे पंजाब के मुख्यमंत्री, राज्यपाल नूं, होर सारे मंत्रियों नूं बुद्धि अकल समझ दो। सारे देश के मुख्यमंत्री और राज्यपाल नूं भी आशीष बुद्धि अकल दो। साडे पंजाब विच सुख शांति बख्शो। साडे लुधियाने में सुख शांति दे। सब देशों तो कोरोना वायरस का खतरा खत्म हो जाए, ताकि सब जगह ते लोग तुहाडी शक्ति, तुहाडी सामर्थ नूं जाणन। ते तुहाडे सेवक नूं जिथे जिथे भी सेवा करते हैं, हजारों लाखों करोड़ों लोगों की बरकत का वसीला कर दें। तेरी कृपा सारे देश के सारे समाज उत्ते जाए, और चंगाई दी सामत तेरी कलीसिया जिहड़ी है, तेरे सेवक जगह जगह ते काम करिए। अपने सेवकां नूं, अपनी कलीसिया नूं चंगाई दे वरदान नाल, चंगाई दी सामत नाल भर के इस्तेमाल करिए। साडी मीडिया टीम, ब्रॉडकास्टिंग टीम को बरकत दो। धन्यवाद करते पिता परमेश्वर, तुसीं इस लाइव स्ट्रीम मैसेज नूं अपने हत्थां विच लै के सारी प्रार्थना नूं सुनन दे लई धन्नवाद प्रभु जी। चंगे आराधना दे लई तुहाडा धन्नवाद, चंगे मधुर वचन दे लई तुहाडा शुक्र करदे हां। प्रार्थना नूं सुनन दे लई तुहाडा धन्नवाद करदे हां। प्रार्थना नूं परमेश्वर तुहाडे प्रिय पुੱਤਰ साडे सबना दे मुक्तिदाता खुदा यीशु दे नाम विच मंगदे हां, आमीन। खुदावंद तुहानू सबना नू बड़ी बड़ी आशीष दे। परमेश्वर तुहाडी सबना नाल सच्ची शांति बनाए, ते तुहानू सारे नू खुदा यीशु दे नाम विच चंगाई मिले, आमीन। जय मसीह की।